बाणी गुरु गुरु है बाणी विच बाणी अमृत सारे। गुरबाणी कहे सेवक जन मानै परतख गुरु निस्तारे। ज्ञान ध्यान किछ कर्म न जाना सार न जाना तेरी। सब ते वड्डा सतगुर नानक दिन कल राखी मेरी। सज्जन सच्चा पातशाह सिर शाहां दे शाह। जिस पास बैठिया सो हीयै सबना दा बेसाह। सतगुरु गरीब नवाज पतित पावन भगत वत्सल किरपा दे खजाने जुगो जुग टल सतगुरु चवर छत्र तख्त दे मालक धन गुरु ग्रंथ साहब सच्चे पातशाह जी की पावन पवित्र हजूरी विच बाला प्रीतम 8वें पातशाह श्री गुरु हरकृष्ण साहिब सच्चे पातशाही दे पावन दरबार गुरुद्वारा बंगला साहब विखे पावन इतिहासक स्थान ते शरधा सहित दूर दराडियां तो गुरु कीਆਂ सिख संगतां दर्शन दीदारे कर रहीਆਂ ਹਨ। ਅੰਮ੍ਰਿਤ ਵੇਲ ਤੋਂ ਲੈ ਕੇ ਤੁਰਕੀ ਬਾਣੀ ਦੇ ਨਿਤਨੇਮ ਬਾਣੀ ਦੇ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਹੋਇਆ ਹੈ, ਸੰਗਤਾਂ ਨੇ ਸਰਵਣ ਕੀਤਾ ਹੈ। ਇਹ ਸਮਾਂ ਸੁਭਾਗ ਸਤਿਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ। ਵੱਡੇ ਭਾਗਾਂ ਦੇ ਨਾਲ ਸਤਿਗੁਰੂ ਨੇ ਇਹ ਸਮਾਂ ਬਖਸ਼ਿਆ ਹੈ। ਆਓ ਸ਼ਰਧਾ ਸਾਹਿਤ ਸਤਿਗੁਰੂ ਦੇ ਬਚਨ ਆਪ ਜੀ ਨੇ ਸਿੰਘ ਸਾਹਿਬ ਜੀ ਤੋਂ ਸਰਵਣ ਕੀਤੇ ਹਨ, ਜੋ ਅੱਜ ਦੀ ਕਥਾ ਵਿਚਾਰ ਹੋਣੀ ਹੈ। ਜੋ ਲੜੀਵਾਰ ਕਥਾ ਚੱਲ ਰਹੀ ਹੈ, ਇਸ ਸਥਾਨ ਦੀ ਪਾਵਨ ਮਰਜ਼ਾਦਾ ਦੇ ਅਨੁਸਾਰ ਉਸ ਦਾ ਸਮਾਂ ਆਇਆ ਹੈ। ਜਿੰਨੀ ਵੀ ਅਸੀਂ ਸ਼ਰਧਾ ਸਹਿਤ ਗੁਰੂ ਕੀ ਬਾਣੀ ਨੂੰ ਸੁਣਾਂਗੇ, ਮਨ ਦੇ ਅੰਦਰ ਧਾਰਨ ਕਰਾਂਗੇ, ਵਿਚਾਰ ਕਰਾਂਗੇ, ਉਨੀ ਹੀ ਵੱਧ ਗੁਰੂ ਸਾਹਿਬ ਦੀ ਬਖਸ਼ਿਸ਼ ਹੋਵੇਗੀ। ਸਾਧ ਸੰਗਤ ਜੀ, ਸਿੰਘ ਸਾਹਿਬ ਜੀ ਨੇ ਦੱਸਿਆ ਹੈ ਕਿ ਅੱਜ ਉਸ ਮਹਾਨ ਸ਼ਹੀਦ ਦਾ ਵੀ ਪਾਵਨ ਦਿਹਾੜਾ ਹੈ, ਜਿਹਦੇ ਸਿਰ 'ਤੇ ਗੁਰੂ ਕੇ ਸਿੱਖ ਸਾਰੀ ਦੁਨੀਆ ਦੇ ਵਿੱਚ ਫਖਰ ਕਰਦੇ ਹਨ ਕਿ ਏਡੇ ਮਹਾਨ ਗੁਰੂ ਕੇ ਸਿੱਖ ਹੋਏ ਹਨ, ਜਿਹੜੇ ਕਰਨੀ ਕਮਾਈ ਵਾਲੇ ਬਚਨਾਂ ਦੇ ਬਲੀ ਸੂਰਬੀਰ ਯੋਧੇ ਇਹੋ ਜਿਹੇ ਸਤਿਗੁਰੂ ਦੀ ਬਖਸ਼ਿਸ਼ ਵਾਲੇ ਗੁਰੂ ਕੇ ਸਿੱਖ ਹੋਏ ਨੇ। ਸਾਧ ਸੰਗਤ ਜੀ, ਜਿਸ ਵੇਲੇ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਾਬੋ ਕੀ ਤਲਵੰਡੀ ਵਿਖੇ ਸਤਿਗੁਰੂ ਦੀ ਬਾਣੀ ਲਿਖਵਾ ਰਹੇ ਸਨ, ਤਾਂ ਉਸ ਵੇਲੇ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ ਲਿਖਾਰੀ ਸਨ। ਸਾਰਾ ਪ੍ਰਬੰਧ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਪੁਰਦ ਕੀਤਾ ਹੋਇਆ ਸੀ। ਸਿਆਹੀ ਕਿਸ ਤਰ੍ਹਾਂ ਬਣਾਉਣੀ ਹੈ, ਕਲਮਾਂ ਕਿਸ ਤਰ੍ਹਾਂ ਤਿਆਰ ਕਰਨੀਆਂ ਹਨ, ਸਾਰੀ ਤਿਆਰੀ ਸਿਆਹੀ ਕਿਸ ਤਰ੍ਹਾਂ ਕਰਨੀ ਹੈ, ਕਿੰਨੇ ਤੋਂ ਕਿੰਨੇ ਸਮੇਂ ਤੱਕ ਬਾਣੀ ਲਿਖੀ ਜਾਵੇਗੀ। ਫਿਰ ਸ਼ਾਮ ਦੇ ਪਹਿਰ ਉਸੇ ਬਾਣੀ ਦੇ ਕਲਗੀਧਰ ਮਹਾਰਾਜ ਆਪ ਕਥਾ ਵਿਚਾਰ ਦੇ ਅਰਥ ਸਿਖਾਇਆ ਕਰਦੇ ਸਨ। ਇਹ ਸਾਰਾ ਜੋ ਸਾਧ ਸੰਗਤ ਜੀ ਗੁਰਬਾਣੀ ਲਿਖਾਉਣ ਦਾ ਸਮਾਂ ਸੀ, 9 ਮਹੀਨੇ 9 ਦਿਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸੰਪੂਰਨ ਕੀਤਾ ਸੀ। ਜਿਸ ਵੇਲੇ ਇਹ ਸਾਰਾ ਕਾਰਜ ਸੰਪੂਰਨ ਹੋਇਆ, ਸਤਿਗੁਰੂ ਜੀ ਨੇ ਖੁਸ਼ੀਆਂ ਦੇ ਵਿੱਚ ਸਭ ਗੁਰੂ ਕੇ ਸਿੱਖਾਂ ਨੂੰ ਬਖਸ਼ਿਸ਼ਾਂ ਕੀਤੀਆਂ। 48 ਸਿੰਘਾਂ ਨੇ ਗੁਰੂ ਕੇ ਸਿੱਖਾਂ ਨੇ ਸਾਧ ਸੰਗਤ ਜੀ ਸਾਰੀ ਬਾਣੀ ਦੀ ਕਥਾ ਸੁਣੀ। ਵਿੱਚੋਂ ਆ ਕੇ ਥੋੜ੍ਹਾ ਸਮਾਂ ਵੀ ਕੁਝ ਸੁਣਦੇ ਰਹੇ, ਪਰ 48 ਸਿੰਘਾਂ ਨੇ ਪੂਰੀ ਕਥਾ ਸੁਣੀ। ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਬਹੁਤ ਜ਼ਿਆਦਾ ਕਿ ਭਾਈ ਜਿਨ੍ਹਾਂ ਨੇ ਸਾਰੀ ਤੁਰਕੀ ਬਾਣੀ ਦੀ ਕਥਾ ਸਰਵਣ ਕੀਤੀ ਹੈ, ਉਹਨਾਂ ਦਾ ਲੋਕ ਪ੍ਰਲੋਕ ਸੌਰ ਜਾਏਗਾ। ਜਿਸ ਵੇਲੇ ਸ਼ਹੀਦ ਬਾਬਾ ਦੀਪ ਸਿੰਘ ਦੀ ਇਹ ਡਿਊਟੀ ਲੱਗੀ ਕਿ ਭਾਈ ਦੀਪ ਸਿੰਘ ਜੀ ਤੁਸੀਂ ਗੁਰਬਾਣੀ ਦੇ ਅੱਗੇ ਲਿਖਾਈ ਕਰਨੀ ਹੈ, ਉਤਾਰੇ ਕਰਨੇ ਹਨ ਅਤੇ ਨਾਲ ਨਾਲ ਕਥਾ ਵਿਚਾਰ ਦਾ ਪ੍ਰਬੰਧ ਅੱਗੇ ਕਰਨਾ ਹੈ। ਇਹ ਸੰਸਥਾ ਤੋਰ ਦਿੱਤੀ ਮਹਾਰਾਜ ਨੇ। ਦਮਦਮਾ ਸਾਹਿਬ ਵਿਖੇ ਇਹ ਸੇਵਾ ਸੌਂਪੀ ਕਰਕੇ
ਇਸ ਦਾ ਨਾਮ ਦਮਦਮੀ ਟਕਸਾਲ ਪੈ ਗਿਆ। ਇਹ ਪ੍ਰਥਮ ਜੋ ਮੁਖੀ ਸਨ ਬਾਬਾ ਦੀਪ ਸਿੰਘ ਜੀ ਸਨ। ਨਾਲ ਹੀ ਜਦੋਂ ਸਾਰੀ ਕਥਾ ਸੁਣੀ, ਦੁਨੀਆ ਦਾ ਚੇਤਾ ਹੀ ਭੁੱਲਿਆ ਹੋਇਆ ਸੀ। ਸੋ ਨਾਲ ਹੀ ਬਾਬਾ ਸ਼ਹੀਦ ਭਾਈ ਮਣੀ ਸਿੰਘ ਜੀ ਨੂੰ ਡਿਊਟੀ ਲਾਏ ਕਿ ਤੁਸੀਂ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲੋ, ਉੱਥੇ ਗ੍ਰੰਥੀ ਦੇ ਤੌਰ 'ਤੇ ਸੇਵਾ ਕਰੋ ਅਤੇ ਨਾਲ ਨਾਲ ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਇਆ ਕਰੋ। ਦੋਨੇ ਹੀ ਗੁਰਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਏ। ਕਹਿਣ ਲੱਗੇ, ਸਤਿਗੁਰੂ ਜੀ ਆਪ ਜੀ ਨੇ ਕੀਤੀਆਂ ਬਹੁਤ ਬਖਸ਼ਾਂ, ਹੁਣ ਇਸ ਦੁਨੀਆ ਦਾ ਹੋਰ ਕੋਈ ਕਾਰਜ ਕਰਨ ਦਾ ਸਾਡਾ ਮਨ ਨਹੀਂ ਹੈ। ਜਿਹੜੀ ਹੁਣ ਸੁਰਤੀ ਜੁੜੀ ਹੈ ਬਾਣੀ ਦੇ ਨਾਲ, ਨਾਮ ਦੇ ਨਾਲ, ਜੇ ਅਸੀਂ ਹੋਰ ਕਾਰਜ ਕਰਾਂਗੇ ਤਾਂ ਸਾਡੀ ਬਿਰਤੀ ਖੰਡਿਤ ਹੋ ਜਾਏਗੀ, ਸਾਡੀ ਲਿਵ ਨਹੀਂ ਜੁੜੇਗੀ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਾਂ ਕੀਤੀਆਂ। ਭਾਈ ਦੀਪ ਸਿੰਘ, ਗੁਰਮੁਖਾ ਤੂੰ ਸ਼ਰਧਾ ਸਹਿਤ ਸਾਰਾ ਪ੍ਰਬੰਧ ਕੀਤਾ ਹੈ, ਯੁੱਧ ਲੜਦਿਆਂ ਤੇਰਾ ਸੀਸ ਵੀ ਕੱਟਿਆ ਜਾਏ ਨਾ, ਤੇਰੀ ਬਿਰਤੀ ਵਿੱਚ ਫਰਕ ਨਹੀਂ ਪਏਗਾ। ਇਸੇ ਤਰ੍ਹਾਂ ਭਾਈ ਮਣੀ ਸਿੰਘ ਜੀ ਨੂੰ ਵਰ ਦਿੱਤੇ ਕਿ ਭਾਈ ਮਣੀ ਸਿੰਘ ਕਿਸ ਗੱਲ ਦਾ ਤੂੰ ਫਿਕਰ ਕਰਦਾ ਹੈ ਕਿ ਨਾਮ ਨਾਲੋਂ ਬਿਰਤੀ ਅਲੱਗ ਹੋ ਜਾਏਗੀ? ਨਹੀਂ, ਹੁਣ ਤੇਰੇ ਤੇ ਬਖਸ਼ਿਆਂ ਹੋ ਗਈਆਂ ਅਕਾਲ ਪੁਰਖ ਦੀਆਂ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਗੁਰੂ ਹੈ, ਉਸ ਗੁਰੂ ਨਾਲ ਤੁਸੀਂ ਜੁੜ ਗਏ ਹੋ। ਇਸ ਲਈ ਭਾਵੇਂ ਸਰੀਰ ਦਾ ਬੰਦ ਕੱਟਿਆ ਜਾਵੇ ਪਰ ਸੁਰਤੀ ਖੰਡਿਤ ਨਹੀਂ ਹੋਵੇਗੀ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋਗੇ, ਨਾਮ ਨਾਲ ਜੁੜੇ ਰਹੋਗੇ। ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਵਰ ਦਿੱਤੇ ਸਤਿਗੁਰੂ ਪਾਤਸ਼ਾਹ ਜੀ ਨੇ। ਰਹੋ ਵਿਚਾਰ ਸਮਾਂ ਆਇਆ। ਭਾਈ ਮਣੀ ਸਿੰਘ ਜੀ ਅੰਮ੍ਰਿਤਸਰ ਸਾਹਿਬ ਆ ਕੇ ਮੁੱਖ ਗ੍ਰੰਥੀ ਬਣ ਗਏ ਸ੍ਰੀ ਦਰਬਾਰ ਸਾਹਿਬ ਜੀ ਦੇ ਸਤਿਗੁਰੂ ਦੇ ਹੁਕਮ ਅਨੁਸਾਰ। ਅਤੇ ਫਿਰ ਇੱਥੇ ਬਹੁਤ ਸਾਰੇ ਗੁਰੂ ਕੇ ਸਿੱਖਾਂ ਨੂੰ ਬਾਣੀ ਪੜ੍ਹਾਈ, ਨਾਮ ਜਪਾਇਆ, ਸ਼ੁੱਧ ਅਰਥ ਸਿਖਾਏ। ਸਾਧ ਸੰਗਤ ਜੀ, ਇੱਥੇ ਹੀ ਰਹਿੰਦਿਆਂ ਹੋਇਆਂ ਹੀ ਬਹੁਤ ਸਾਰੇ ਗੁਰਸਿੱਖਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਬਖਸ਼ ਦਿੱਤੀ ਭਾਈ ਮਣੀ ਸਿੰਘ ਜੀ ਨੇ। ਅਤੇ ਜਦੋਂ ਕੁਝ ਵਿਖੜਾ ਸਮਾਂ ਆਇਆ ਖਾਲਸਾ ਪੰਥ ਦੇ ਉੱਪਰ, ਅਤੇ ਪੰਥ ਦੀ ਸੁਲ੍ਹਾ ਕਰਾਉਣ ਵਾਸਤੇ, ਪੰਥ ਦੇ ਕੋਈ ਝਗੜੇ ਨਿਬੇੜਨ ਵਾਸਤੇ, ਪੰਥ ਦੀ ਚੜ੍ਹਦੀ ਕਲਾ ਦੇ ਫੈਸਲੇ ਲੈਣ ਵਾਸਤੇ ਭਾਈ ਮਣੀ ਸਿੰਘ ਜੀ ਨੇ ਸਾਧ ਸੰਗਤ ਜੀ ਦੀਵਾਲੀ 'ਤੇ ਇਕੱਠ ਸੱਦ ਲਿਆ। ਸੋ ਸਾਰੇ ਖਾਲਸਾ ਪੰਥ ਨੂੰ ਸੱਦੇ ਭੇਜ ਦਿੱਤੇ। ਬੇਅੰਤ ਗੁਰੂ ਕੀਆਂ ਸੰਗਤਾਂ ਤਿਆਰੀਆਂ ਲੱਗੀਆਂ ਕਰਨ। ਅਤੇ ਉਸ ਵੇਲੇ ਮੁਗਲੀਆ ਰਾਜ ਨੇ, ਦੁਸ਼ਟਾਂ ਨੇ, ਪਾਪੀਆਂ ਨੇ ਇਹ ਵਿਚਾਰ ਕਰ ਲਈ ਕਿ ਜੇ ਇੱਥੇ ਇਕੱਠ ਸੱਦਣਾ ਹੈ, ਜੇ ਇੰਨਾ ਇਕੱਠ ਹੋਣਾ ਹੈ ਤਾਂ 5000 ਰੁਪਇਆ ਤੁਹਾਨੂੰ ਰੋਜ਼ਾਨਾ ਭਰਨਾ ਪਵੇਗਾ, ਤਾਂ ਅਸੀਂ ਇਕੱਠ ਕਰਨ ਦਿਆਂਗੇ। ਸੋ ਖਾਲਸਾ ਪੰਥ ਨੇ ਇਹ ਗੱਲ ਮੰਨ ਲਈ। ਉਦੋਂ ਸਾਧ ਸੰਗਤ ਜੀ 5000 ਰੁਪਇਆ ਬਹੁਤ ਜ਼ਿਆਦਾ ਸੀ, ਥੋੜ੍ਹਾ ਨਹੀਂ ਸੀ। ਸੋ ਜਦੋਂ ਇਹ ਪਤਾ ਲੱਗਾ ਕਿ ਜਦੋਂ ਖਾਲਸਾ ਪੰਥ ਦਾ ਇਕੱਠ ਹੋਣਾ ਹੈ ਅਤੇ ਇੱਥੇ ਖਾਲਸਾ ਪੰਥ ਦਾ ਨੁਕਸਾਨ ਕਰਨ ਵਾਸਤੇ ਗੋਂਦਾਂ ਗੁੰਦੀਆਂ ਜਾ ਰਹੀਆਂ, ਉਸ ਵੇਲੇ ਵੱਡਾ ਹਮਲਾ ਹੋ ਸਕਦਾ ਹੈ, ਤਾਂ ਸਿੰਘ ਸਾਹਿਬ ਜੀ ਨੇ ਦੀਰਘ ਵਿਚਾਰ ਦੇ ਨਾਲ ਇਹ ਇਕੱਠ ਮੁਲਤਵੀ ਕਰ ਦਿੱਤਾ। ਗੁਰਸਿੱਖਾਂ ਨੂੰ ਦੁਬਾਰਾ ਹੁਕਮਨਾਮੇ ਭੇਜ ਦਿੱਤੇ ਕਿ ਗੁਰੂ ਖਾਲਸਾ ਜੀ, ਸਮੇਂ ਦੀ ਵਿਚਾਰ ਅਨੁਸਾਰ ਇਹ ਇਕੱਠ ਮੁਲਤਵੀ ਕਰ ਦਿੱਤਾ ਗਿਆ ਹੈ। ਫਿਰ ਜਦੋਂ ਸਤਿਗੁਰੂ ਜੀ ਨੂੰ ਭਾਇਆ ਉਸ ਵੇਲੇ ਇਕੱਠ ਰੱਖਾਂਗੇ। ਸਾਰੀਆਂ ਸੰਗਤਾਂ ਨੇ ਫਿਰ ਸਤ ਕਰਕੇ ਇਹ ਬਚਨ ਮੰਨਿਆ, ਇਕੱਠ ਨਾ ਹੋਇਆ। ਪਰ ਦੁਸ਼ਟਾਂ ਦੇ ਮਨ ਵਿੱਚ ਬੜੀ ਭਾਰੀ, ਸਾਧ ਸੰਗਤ ਜੀ, ਇਹ ਪਾਪ ਭਰੀ ਬਦਨੀਅਤ ਸੀ। ਜਦੋਂ ਇਕੱਠ ਨਾ ਹੋਇਆ ਫਿਰ ਵੀ ਭਾਈ ਮਣੀ ਸਿੰਘ ਜੀ ਨੂੰ ਕਿਹਾ ਗਿਆ, ਚਲੋ ਇਕੱਠ ਤੇ ਨਹੀਂ ਕੀਤਾ, ਤੁਸੀਂ 5000 ਰੁਪਇਆ ਮੰਨੇ ਸੀ ਦੇਣਾ, ਉਹ ਦਿਓ। ਅਤੇ ਭਾਈ ਸਾਹਿਬ ਕਹਿੰਦੇ, ਸਿੰਘ ਸਾਹਿਬ ਕਹਿੰਦੇ ਵੀ ਭਾਈ ਇਕੱਠ ਹੋਇਆ ਹੀ ਨਹੀਂ, ਤੁਹਾਡੇ ਨਾਲ ਇਕਰਾਰ ਕੀਤਾ ਸੀ ਇਕੱਠ ਕਰਨ ਦਾ 5000 ਰੁਪਇਆ ਦੇਣਾ, ਪਰ ਜਦੋਂ ਇਕੱਠ ਹੀ ਨਹੀਂ ਕੀਤਾ ਪੈਸਾ ਕਿਉਂ ਦਈਏ? ਇਹ ਪੈਸਾ ਮੇਰਾ ਨਹੀਂ, ਪੈਸਾ ਗੁਰੂ ਕੀ ਗੋਲਕ ਦਾ ਹੈ, ਸੰਗਤਾਂ ਦਾ 1-1 ਰੁਪਈਆ 1-1 ਪੈਸਾ ਹੈ, ਉਹ ਮੈਂ ਵਿਰਥ ਨਹੀਂ ਦੇ ਸਕਦਾ। ਭਾਰੀ ਤਕਰਾਰ ਹੋਇਆ। ਗੁਰੂ ਕੀਆਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਕਿਹਾ ਕਿ ਭਾਈ ਸਾਹਿਬ ਜੀ ਛੱਡੋ ਇਸ ਝਗੜੇ ਨੂੰ। ਸਿੰਘ ਸਾਹਿਬ ਜੀ 5000 ਰੁਪਇਆ ਕਿਹੜੀ ਗੱਲ ਹੈ, ਤੁਹਾਨੂੰ ਅਸੀਂ ਸੋਨੇ ਨਾਲ ਤੋਲ ਸਕਦੇ ਹਾਂ, ਗੱਲ ਹੀ ਕੋਈ ਨਹੀਂ। ਸਿੰਘ ਸਾਹਿਬ ਕਹਿੰਦੇ, ਗੁਰਮੁਖੋ ਗੱਲ 5000 ਦੀ ਨਹੀਂ, ਗੱਲ ਗੁਰੂ ਕੀ ਗੋਲਕ ਦੀ ਹੈ, ਇਹ ਗੁਰੂ ਕੀ ਇਮਾਨਤ ਹੈ। ਮੈਂ ਆਪਣਾ ਸਰੀਰ ਬਚਾਉਣ ਵਾਸਤੇ ਇਹ ਪੈਸਾ ਨਹੀਂ ਖਰਚ ਕਰ ਸਕਦਾ, ਨਹੀਂ ਦੇਵਾਂਗਾ, 1 ਰੁਪਇਆ ਵੀ ਨਹੀਂ ਦੇਵਾਂਗਾ। ਜਦੋਂ ਇਹ ਤਕਰਾਰ ਵਧਿਆ ਤੇ ਫਿਰ ਸਾਧ ਸੰਗਤ ਜੀ ਹਕੂਮਤ ਨੇ ਜਲਾਦ ਖੜੇ ਕਰ ਦਿੱਤੇ।
कि हुक्म सुना दिता कि भाई साहब का बंद कट्टिया जाएगा। कहन लगे कोई गल नहीं, बंद कट लैन, शहीद कर देन, होर वजह तो वो दे लैन। फिर भी बड़े मशवरे होए, कहा गया कि हले भी सोच लेना चाहिए सिंह साहब जी, ये दुष्ट लोग ने, तुहाडे वर्गे सिंह साहब बार बार नहीं मिलने। पर भाई मनी सिंह जी ने कहा, गुरु खालसा जी सतगुरु के घर ते इत्थे दरबार विच कोई घाटा नहीं। जो एक भाई मनी सिंह शहीद होवेगा, अनेक ही भाई मनी सिंह कलगीधर पातशाह जी बख्श देणगे, कोई चिंता ना करो। पर ये पिरतां पाउणियां ने कि गुरु घर की गोलक की संभाल किस तरह करनी है। गुरु का धन जिहड़ा है, संगत का एक एक पैसा किरत कमाई दे विचों जिहड़ा दसवंध दिता होया है, किन्नी कठिन कमाई दे नाल ये संगतां ने पैसा गुरु घर दे विच चढ़ाया है। इस वास्ते अपना तन बचाउण वास्ते मैं ये पैसा नहीं खर्च करांगा। समा आ गया, भाई साहब जी नूं सद्दिया गया कि हुण समा आ गया, तुहाडा बंद कट्टिया जाना है। ते कहण लगे कोई गल नहीं। पुछण लगे जलाद तुहाडी तैयारी है? कहंदा बिल्कुल तैयारी है। जदों मैं कहंदे सुखमनी साहब जी का पाठ आरंभ करांगा, तुसीं अपना कारज शुरू कर दिओ। कहण लगे बड़े इस ढंग नाल कह रहे हो जिवें साज बाज रख के कोई शब्द गायन करना हुंदा भी तुसीं अपना कारज शुरू कर दिओ। कहंदे नहीं, कोई फिक्र ना करो, तुसीं अपने मालक दा हुक्म मनना ते मैं अपने मालक दा हुक्म मनना। बड़े हैरान ने, वेखण वाले बड़े हैरान ने। गुरु के श्रद्धालु सिख मन विच शरधा लैके खड़े ने, कुछ तमाशबीन खड़े ने, ते एक पासे जलाद ते सरकारी एहलकार खड़े ने कि गुरसिखां नूं सबक सिखाया जाएगा। साध संगत जी, जो भाई साहब जी ने सुखमनी साहब आरंभ किया तो सिंह साहब दे गुट दे उपर जलाद ने वार किया। कहंदा रुक जा भाई, रुक जा। उन्हें समझिया डर गया है। कहंदे दर्द होया जे? कहंदे नहीं, दर्द नहीं होया, दर्द अपनी थां ते है, पर मैं तो एक हुक्म मनना, दर्द शरीर नूं होएगा। जिहड़ी आत्मा मेरी गुरु नाल जुड़ी है, धन कलगीधर पातशाह दे चरनां च रह के जिहड़ी गुरबाणी लिखी है, वो हिरदे च वस गई है, वो आत्मा च वस गई। आत्मा नूं कोई दुख नहीं, पर मैं तो तेरी एक गलती सुधारनी है। कहंदे मेरी गलती? मैनू तो हुक्म है, पातशाही हुक्म है मैनू कि तुहाडा बंद कट्टना। हले तो इक्को ही वार कीता है। कहंदे वार तू कीता पर गलत कीता। कहंदे गलत कीता है? कहंदे हाँ जी गलत कीता है। तैनू की हुक्म है? मैनू हुक्म है तुहाडा बंद कट्टिया जाना है। कहन लगे फिर बंद कट्टना, तू आपदे मालक दे हुक्म दे विच गुनाहगार बन रहे हैं, तू कताई कर रहे हैं। कहंदे बंद ही तो कट्टिया है। कहंदे नहीं, बंद पहला उंगलों के 3 पोटे होने आ, पोटे ते वार कर ताकि तुहानू पता लग जाए सिੱਖੀ की है, सिੱਖੀ किवें कमाई दी है। गुरबाणी सानू की सिखाउंदी? तन मन काट काट सर्व अर्पी विच अग्नि आप जलाई। ये असीं केवल पढ़ते ही नहीं, कमाउंदे भी हाँ। साध संगत जी, ये बचन सुने सारियां सिख संगतां दे हत्थ जुड़ गए। धन है भाई मनी सिंह जी, धन है सिंह साहब जी। अचानक ही रसना तो निकलना शुरू हो गया। साध संगत जी, फिर कल्ले कल्ले बंद के उपर वार होया, पोटे कट्टे गए, गुट कट्टिया गया, कूहनी ते वार होया, मोढे कट्टे गए, शरीर कटदा गया। भाई साहब ऐन अडोल बैठ के सुखमनी साहब जी का पाठ करते गए। जो बंद कट्टिया गया, इतिहासकार लिखते ने कि 18 अष्टपदियां का पाठ भाई साहब की रसना जद तक चलती रही उद तक होंदा रहा। उस तो अगे बंद दे विचों आवाज़ आके अकाली बाणी ने, तुरकी बाणी ने आप साध संगत जी फिर जाप किया सुखमनी साहब जी का। जाप सुखमनी साहब का पूरा होया, बंद कट्टिया गया। पर सिखां दे विच इहो जिहा एक जाहो जलाल पैदा हो गया कि साडे सिंह साहब जी नूं इन्हां ने शहीद किया है ते इन्हां तों बदला लिया जावेगा, इन्हां नूं करनी दा फल चखाया जावेगा। साध संगत जी, जदों भी हुकूमत दे नशे विच जिहा कुछ करदियां ते गुरसिख उन्हां नूं करनी दा फल चखा दिंदे ने। फिर गुरु के खालसे ने साध संगत जी थावां थावां ते इकत्तर होकर जत्थे बनाए, गरीला युद्ध लड़िया,
ਖਾਲਸਾ ਰਾਜ ਤੱਕ ਸਾਧ ਸੰਗਤ ਜੀ ਇਹ ਪ੍ਰਕਿਰਿਆ ਚੱਲਦੀ ਰਹੀ। ਇਹ ਭਾਈ ਮਣੀ ਸਿੰਘ ਜੀ ਦੀ ਕੁਰਬਾਨੀ ਸੀ, ਜਿਨ੍ਹਾਂ ਨੇ ਆਪ ਬੰਦ ਕਟਵਾ ਕੇ ਸਿੱਖੀ ਸਿਦਕ ਨਿਭਾਉਣ ਦਾ ਸਾਧ ਸੰਗਤ ਜੀ ਇੱਕ ਨਮੂਨਾ ਪੇਸ਼ ਕੀਤਾ। ਧੰਨ ਹੈ ਗੁਰੂ ਕੇ ਸਿੱਖ, ਧੰਨ ਹੈ ਭਾਈ ਮਣੀ ਸਿੰਘ ਜੀ। ਐਵੇਂ ਸਾਧ ਸੰਗਤ ਜੀ ਸਿੱਖੀਆਂ ਸਰਦਾਰੀਆਂ ਸਾਨੂੰ ਨਹੀਂ ਮਿਲੀਆਂ। ਸਾਨੂੰ ਤਾਂ ਦਾੜੀ ਦਾ ਭਾਰ ਲੱਗਦਾ ਹੈ, ਕੇਸਾਂ ਦਾ ਭਾਰ ਲੱਗਦਾ ਹੈ ਕਿ ਅਸੀਂ ਸਿੱਖੀ ਕਿਵੇਂ ਨਿਭਾਈਏ। ਅੱਜ ਸਿੱਖੋ ਭਾਈ ਮਣੀ ਸਿੰਘ ਜੀ ਤੋਂ ਕਿ ਸਿੱਖੀ ਕਿਵੇਂ ਨਿਭਾਉਣੀ ਹੈ। ਇੱਕ ਪੱਖ ਨਹੀਂ, ਸਿੱਖੀ ਨਿਭਾਉਣ ਵਾਸਤੇ ਸ਼ਹਾਦਤ ਵੀ ਦਿੱਤੀ। ਕੇਵਲ ਆਪਣਾ ਸਿਦਕ ਜਿਹੜਾ ਹੈ ਉਹ ਪੰਜਾਂ ਕਕਾਰਾਂ ਤੱਕ, ਗੁਰਬਾਣੀ ਪੜ੍ਹਨ ਤੱਕ, ਸਾਧ ਸੰਗਤ ਜੀ ਨਿਯਮ ਨਿਭਾਉਣ ਤੱਕ ਨਿਭਾਇਆ। ਨਾਲ ਦੱਸਿਆ ਕਿ ਗੁਰੂ ਕੀ ਗੋਲਕ ਦੀ ਕੀ ਕਦਰ ਹੈ, ਗੁਰੂ ਕੀ ਗੁਰਕ ਦੀ ਸਾਧ ਸੰਗਤ ਜੀ ਕਿਸ ਤਰ੍ਹਾਂ ਦੀ ਕਮਾਈ ਹੈ, ਕਿਸ ਤਰ੍ਹਾਂ ਦੀ ਦੇਖ ਰੇਖ ਕਰਨੀ ਚਾਹੀਦੀ ਆ। ਸਾਨੂੰ ਇਹ ਸਬਕ ਵੀ ਸਿਖਾਇਆ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ ਨੇ। ਅੱਜ ਉਹਨਾਂ ਦਾ ਦਿਹਾੜਾ ਹੈ। ਸਾਧ ਸੰਗਤ ਜੀ ਇਹੋ ਜਿਹੇ ਗੁਰੂ ਕੇ ਸਿੱਖ ਸਾਧ ਸੰਗਤ ਜੀ ਇਸ ਖਾਲਸਾ ਪੰਥ ਵਿੱਚ ਚੜ੍ਹਦੀਆਂ ਕਲਾਂ ਵਿੱਚ ਆਏ ਨੇ, ਤੇ ਤਾਂ ਹੀ ਅੱਜ ਖਾਲਸਾ ਪੰਥ ਦੁਨੀਆ ਦੇ ਵਿੱਚ ਚਮਕਦਾ ਹੈ। ਜਿੱਥੇ ਜਿੱਥੇ ਵੀ ਗੁਰੂ ਕੇ ਨਿਸ਼ਾਨ ਸਾਹਿਬ ਝੂਲਦੇ ਨੇ ਸਾਧ ਸੰਗਤ, ਉੱਥੇ ਹੀ ਕਥਾ ਕੀਰਤਨ, ਉੱਥੇ ਹੀ ਗੁਰੂ ਕਾ ਲੰਗਰ, ਉੱਥੇ ਹੀ ਪਰਪਕਾਰ ਦੇ ਭੰਡਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਖੋਲ੍ਹੇ ਹੋਏ ਨੇ। ਇਹ ਭਾਈ ਸਾਹਿਬ ਵਰਗੇ ਗੁਰੂ ਕੇ ਸ਼ਹੀਦਾਂ ਦੀ, ਸਿੰਘ ਸਾਹਿਬਾਂ ਦੀ ਕਮਾਈ ਹੀ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਏਡੀਆਂ ਵੱਡੀਆਂ ਬਰਕਤਾਂ ਪਾ ਕੇ ਖਾਲਸਾ ਪੰਥ ਸਾਜਿਆ। ਸਾਧ ਸੰਗਤ ਜੀ ਆਓ, ਸਤਿਗੁਰੂ ਪਾਤਸ਼ਾਹ ਨੇ ਜੋ ਅੱਜ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ ਉਸ ਦੀ ਕਥਾ ਵਿਚਾਰ ਵੱਲ ਧਿਆਨ ਜੋੜੀਏ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਗੌੜੀ ਗਵਾਰੇਰੀ ਮਹੱਲਾ ਚੌਥੇ ਪਾਤਸ਼ਾਹ ਗੌੜੀ ਰਾਗ ਦੇ ਵਿੱਚ ਗਵਾਰੇਰੀ ਜਾਤੀ ਦੇ ਰਾਹੀਂ ਜੋ ਰਾਗਾਂ ਦੀਆਂ ਜਾਤੀਆਂ ਨੇ ਉਹਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸਤਿਗੁਰ ਸੇਵਾ ਸਫਲ ਹੈ ਬਣੀ। ਕਹਿੰਦੇ ਭਾਈ ਜਿਹੜੀ ਸਤਿਗੁਰ ਸੇਵਾ ਸਫਲ ਹੈ ਬਣੀ, ਸਤਿਗੁਰੂ ਦੀ ਸੇਵਾ ਕਹਿੰਦੇ ਸਫਲ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ। ਸੋ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਸੋ ਫਲ ਕੀ ਚੀਜ਼ ਨੂੰ ਲੱਗਦਾ ਹੈ? ਫਲ ਲੱਗਦਾ ਸਾਧ ਸੰਗਤ ਜੀ ਬੂਟਿਆਂ ਨੂੰ, ਦਰਖਤਾਂ ਨੂੰ ਫਲ ਲੱਗਦਾ ਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਗੁਰਸਿੱਖੀ ਦਾ ਇੱਕ ਬਾਗ ਹੈ, ਇਹ ਬਗੀਚੀ ਹੈ ਗੁਰੂ ਕੇ ਸਾਧ ਸੰਗਤ ਜੀ ਜੋ ਖਾਲਸਾ ਪੰਥ ਦੀ ਬਗੀਚੀ ਬਣਾਈ ਹੈ, ਅਥਵਾ ਜੋ ਗੁਰਬਾਣੀ ਦੀ ਬਗੀਚੀ ਬਣਾਈ ਹੈ। ਸਤਿਗੁਰੂ ਪਾਤਸ਼ਾਹ ਜੀ ਨੇ, ਜਿਵੇਂ ਆਪਾਂ ਬਾਗ ਦੇਖਦੇ ਆ ਨਾ, ਬਾਗ ਦੇ ਵਿੱਚ ਬਹੁਤ ਸਾਰੇ ਬੂਟੇ ਹੁੰਦੇ ਨੇ, ਤੇ ਜਿਹੜਾ ਉਹਦੇ ਵਿੱਚ ਨਦੀਨ ਪੈਦਾ ਹੋ ਜਾਂਦਾ ਹੈ, ਘਾਹ ਫੂਸ ਪੈਦਾ ਹੋ ਜਾਂਦਾ ਹੈ, ਉਹਦੇ ਲਈ ਮਾਲੀ ਰੱਖਿਆ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਜਿਹੜੀ ਦੇਹ ਦੇ ਵਿੱਚ ਸਫਲ ਫਲ ਲੱਗਣਾ ਨਾ, ਉਹਦਾ ਤੂੰ ਤੇ ਸਿਰਫ ਮਾਲੀ ਹੈ। ਇਹ ਇੱਕ ਬਗੀਚਾ ਪੇੜ ਘਣ ਕਰਿਆ, ਅੰਮ੍ਰਿਤ ਨਾਮ ਤਾਹਾ ਮੈਂ ਫਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇੱਕ ਬਗੀਚਾ ਹੈ ਜਿਹਦੇ ਵਿੱਚ, ਤੇ ਨਾਲ ਦੱਸਿਆ ਆਸ ਪਾਸ ਵਿਖਵਾ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਰੇ। ਕਹਿੰਦੇ ਆਸੇ ਪਾਸੇ ਤੇ ਭਾਵੇਂ ਵਿਸ਼ੇ ਵਿਕਾਰਾਂ ਦੇ ਬਹੁਤ ਸਾਰੇ ਬੂਟੇ ਉੱਗੇ ਹੋਏ ਨੇ, ਪਰ ਅੰਮ੍ਰਿਤ ਦਾ ਕੁੰਟ ਵੀ ਹੈ ਵਿੱਚ ਇਹਦੇ। ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ, ਤੇ ਇਹ ਕਿਹੜਾ ਬੂਟਾ ਹੈ, ਕਿਹੜੀ ਬਾਣੀ ਹੈ, ਕਿਹੜਾ ਇਹ ਬਾਗ ਹੈ, ਕਿਹੜਾ ਬਗੀਚਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਜਿਹੜਾ ਸਿੱਖੀ ਦਾ ਬੂਟਾ ਹੈ, ਤੇ ਇਹਨੂੰ ਕਰਨਾ ਮੰਤਰਾ ਮੁੱਦਾਂ ਦੀਆਂ ਟਾਹਣੀਆਂ ਲੱਗੀਆਂ ਹੋਈਆਂ ਹਨ, ਤੇ ਇਹਨੂੰ ਧਰਮ ਦਾ ਫੁੱਲ ਲੱਗਾ ਹੋਇਆ, ਗਿਆਨ ਦਾ ਫਲ ਲੱਗਦਾ ਹੈ। ਸਤਿਗੁਰੂ ਜੀ ਫਰਮਾਉਂਦੇ ਭਾਈ ਜਿਹੜਾ ਗਿਆਨ ਦਾ ਫਲ ਲੱਗਣਾ ਉਹ ਕਿੱਥੋਂ ਲੱਗਣਾ ਹੈ? ਕਹਿੰਦੇ ਉਹ ਲੱਗਣਾ ਸੇਵਾ ਵਿੱਚੋਂ। ਜਿਵੇਂ ਬਗੀਚੀ ਦੀ, ਬਾਗ ਦੀ ਮਾਲੀ ਸੇਵਾ ਕਰਦਾ ਹੈ ਨਾ, ਤਾਂ ਫਿਰ ਬਾਗ ਫਲਦਾ ਹੈ। ਇਸੇ ਤਰ੍ਹਾਂ ਕਹਿੰਦੇ ਭਾਈ ਜੇ ਸੁਭਗੁਣਾਂ ਦੀ ਖੇਤੀ ਤੂੰ ਆਪਣੇ ਹਿਰਦੇ ਰੂਪ ਧਰਤੀ ਦੇ ਵਿੱਚ ਪੈਦਾ ਕਰਨੀ ਹੈ, ਤਾਂ ਫਿਰ ਇਹਦੇ ਵਿੱਚ ਜਿਹੜੇ ਵਿਸ਼ੇ ਵਿਕਾਰਾਂ ਦੇ, ਕਾਮ ਕ੍ਰੋਧ ਦੇ ਬਹੁਤ ਵੱਡੇ ਬੂਟੇ ਖੜੇ ਹੋਏ ਆ ਨਾ, ਨਦੀਨ ਉੱਗ ਪਿਆ ਹੈ। ਇਹਨੂੰ ਭਾਈ ਖਤਮ ਕਰਨ ਵਾਸਤੇ ਤੈਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਸਤਿਗੁਰ ਸੇਵਾ ਸਫਲ ਹੈ ਬਣੀ। ਇਸ ਵਾਸਤੇ ਕਹਿੰਦੇ ਭਾਈ ਸਤਿਗੁਰੂ ਜੀ ਫਰਮਾਉਂਦੇ ਹਨ, ਜੋ ਗੁਰਬਾਣੀ ਦਾ ਸਿਮਰਨ ਹੈ, ਜੋ ਜਾਪ ਹੈ, ਇਹੀ ਸੇਵਾ ਹੈ। ਕਹਿੰਦੇ ਭਾਈ ਇਹ ਸਹਿਤ ਫਲ ਦੇ ਤਾਂ ਬਣੇਗੀ ਜਦੋਂ ਅਸੀਂ ਤਿਆਰ ਹੋਵਾਂਗੇ। ਜਿਤ ਮਿਲ ਹਰ ਨਾਮ ਧਿਆਇਆ ਹਰ ਧਨੀ। ਕਹਿੰਦੇ ਜਦੋਂ ਗੁਰੂ ਕੇ ਸਿੱਖਾਂ ਨਾਲ ਮਿਲ ਕੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ,
ਉਹਨੂੰ ਜਪਣਾ ਕੀਤਾ, ਆਰਾਧਨਾ ਕੀਤਾ, ਤੇ ਫਿਰ ਕੀ ਹੋਵੇਗਾ? ਹਰ ਧਣੀ ਉਹ ਆਪ ਪਰਮਾਤਮਾ ਸਤਿਗੁਰੂ ਪਾਤਸ਼ਾਹ ਆਪ ਮਿਲ ਜਾਵੇਗਾ। ਫਿਰ ਪਰਮਾਤਮਾ ਨਾਲ ਅਭੇਦਤਾ ਬਣ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਿਸੇ ਨੂੰ ਪ੍ਰਾਪਤੀ ਹੋਈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ, ਜਿਨ ਹਰ ਜਪਿਆ ਤਿਨ ਪਿੱਛੇ ਛੂਟੀ ਘਣੀ। ਕਹਿੰਦੇ ਭਾਈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਨਾ, ਉਹਨਾਂ ਦੇ ਪਿੱਛੇ ਤਾਂ ਅਨੇਕਾਂ ਹੀ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਨਾਲ ਤਾਂ ਕਿੰਨੇ ਹੀ ਛੁੱਟ ਜਾਂਦੇ ਨੇ। ਇਸ ਕਰਕੇ ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਇਸ ਸੰਸਾਰ ਦੇ ਸੁੱਖ ਮਿਲਦੇ ਨੇ, ਪ੍ਰਲੋਕ ਦਾ ਸੁੱਖ ਮਿਲਦਾ ਹੈ। ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਜਿਨ੍ਹਾਂ ਨੇ ਪਹਿਲਾਂ ਜਪਿਆ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ। ਸਤਿਗੁਰੂ ਪਾਤਸ਼ਾਹ ਜੀ ਆਦਿ ਤੋਂ ਲੈ ਕੇ ਆਦਲੇ ਯੁੱਗਾਂ ਤੋਂ ਲੈ ਕੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਆਇਆ, ਜਿਨ੍ਹਾਂ ਨੇ ਨਾਮ ਜਪਿਆ। ਜਿਨ ਹਰ ਜਪਿਆ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਹੈ, ਉਹਨਾਂ ਦੀ ਸੰਗਤ ਕਰਕੇ ਅਨੇਕਾਂ ਹੀ ਗੁਰੂ ਕੇ ਜਹਾਜ਼ ਤੇ ਚੜ੍ਹ ਗਏ, ਅਨੇਕਾਂ ਹੀ ਸਤ ਸੰਗਤ ਵਿੱਚ ਆ ਕੇ ਤਰ ਗਏ। ਇਸ ਵਾਸਤੇ ਭਾਈ ਸਤਿਗੁਰੂ ਪਾਤਸ਼ਾਹ ਦੇ ਨਾਮ ਨੂੰ ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਆਪ ਜਪਿਆ ਤੇ ਹੋਰਨਾਂ ਨੂੰ ਨਾਮ ਜਪਾਇਆ, ਉਹਨਾਂ ਦਾ ਪਾਰ ਉਤਾਰਾ ਗੁਰੂ ਕੀ ਸੰਗਤ ਰੂਪ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤਾਂ ਨੂੰ ਹੀ ਤਾਰ ਦਿੱਤਾ ਹੈ। ਗੁਰ ਸਿੱਖ ਹਰ ਬੋਲੋ ਮੇਰੇ ਭਾਈ। ਹਜ਼ੂਰ ਫਰਮਾਉਂਦੇ ਨੇ ਕਿੱਡਾ ਵੱਡਾ ਦਰਜਾ ਦਿੱਤਾ ਹੈ। ਅੱਜ ਜੇ ਮੇਰੇ ਵਰਗਾ ਕੋਈ ਆਪਣੇ ਨਾਮ ਦੇ ਨਾਲ ਸੰਤ ਲਗਾ ਦੇਵੇ ਨਾ, ਸੰਤ ਕਿ ਮੈਂ ਵੱਡਾ ਸੰਤ ਹਾਂ, ਤੇ ਜਦੋਂ ਸਿਰੋਪਾਉ ਦੇਣ ਲੱਗਿਆ ਕਹਿ ਦਈਏ ਵੀ ਆਓ ਭਾਈ ਸਾਹਿਬ ਜੀ ਤੁਹਾਨੂੰ ਸਰੋਪਾ ਦਈਏ, ਲੋਕ ਕਹਿੰਦੇ ਮੈਨੂੰ ਭਾਈ ਕਹਿ ਦਿੱਤਾ, ਮੈਨੂੰ ਸੰਤ ਤਾਂ ਕਿਹਾ ਹੀ ਨਹੀਂ। ਇਹ ਸਾਡੀ ਈਗੋ ਹੈ, ਸਾਡੀ ਹਉਮ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਜੋ ਦਰਜਾ ਦਿੱਤਾ ਹੈ ਨਾ ਸਾਧ ਸਿੰਘ ਜੀ, ਉਹ ਬਰਾਬਰਤਾ ਦਾ ਦਰਜਾ ਦਿੱਤਾ। ਭਾਈ ਕਿਹਾ ਹੈ, ਭਾਈ ਭਰਾ ਬਣਾਇਆ, ਛੋਟੀ ਗੱਲ ਕਿਤੇ। ਭਾਈ ਦਾ ਦਰਜਾ ਬਹੁਤ ਵੱਡਾ। ਹੁਣੇ ਆਪਾਂ ਸਾਖੀ ਸੁਣੀ ਹੈ ਭਾਈ ਮਣੀ ਸਿੰਘ ਦੀ, ਇਹ ਕਿਤੇ ਛੋਟੀਆਂ ਸਾਖੀਆਂ ਨੇ, ਬਹੁਤ ਵੱਡੇ ਦਰਜੇ ਨੇ। ਸਤਿਗੁਰੂ ਫਰਮਾਉਂਦੇ ਹਨ, ਗੁਰਸਿੱਖ ਹਰ ਬੋਲੋ ਮੇਰੇ ਭਾਈ। ਕਹਿੰਦੇ ਮੇਰੇ ਭਰਾਵੋ, ਗੁਰੂ ਕੇ ਸਿੱਖੋ, ਤੁਸੀਂ ਪਰਮਾਤਮਾ ਦੇ ਨਾਮ ਨੂੰ ਬੋਲਣਾ ਕਰੋ। ਅਸੀਂ ਸਾਰੇ ਪਰਮਾਤਮਾ ਦਾ ਨਾਮ ਜਪੀਏ। ਸਤਿਗੁਰੂ ਪਾਤਸ਼ਾਹ ਫੇਰ ਰਹਿਮਤ ਕਰਨਗੇ, ਕਹਿੰਦੇ ਭਾਈ ਬੋਲੋ ਸਾਰੇ ਵਾਹਿਗੁਰੂ ਦਾ ਨਾਮ, ਸਾਰੇ ਜਪਿਓ ਭਾਈ ਗੱਜ ਕੇ। ਵਾਹਿਗੁਰੂ 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 ਵਾਹਿਗੁਰੂ। ਗੁਰਸਿੱਖ ਹਰ ਬੋਲੋ ਮੇਰੇ ਭਾਈ। ਮੇਰੇ ਭਰਾਵੋ ਗੁਰੂ ਕੇ ਸਿੱਖੋ, ਹਮੇਸ਼ਾ ਵਾਸਤੇ ਵਾਹਿਗੁਰੂ ਜਪਿਆ ਕਰੋ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਸ ਨਾਮ ਨੂੰ ਜਪਿਆ ਕਰੋ, ਧਿਆਇਆ ਕਰੋ। ਹਰ ਬੋਲਤ ਸਭ ਪਾਪ ਲਹਿ ਜਾਏ। ਜਦੋਂ ਅਸੀਂ ਪਰਮਾਤਮਾ ਦੇ ਨਾਮ ਜਪਾਂਗੇ, ਬੋਲ ਕੇ ਜਪਾਂਗੇ, ਆਪਣੇ ਕੰਨਾਂ ਨਾਲ ਸੁਣ ਕੇ ਨਾਮ ਜਪਾਂਗੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਫਿਰ ਭਾਈ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਸਾਡਾ ਹਿਰਦਾ ਸ਼ੁੱਧ ਹੋ ਜਾਵੇਗਾ। ਇਹਦੇ ਵਿੱਚੋਂ ਪਾਪ ਵਿਕਾਰਾਂ ਦੀ ਬਿਰਤੀ ਜਿਹੜੀ ਖਤਮ ਹੋ ਜਾਵੇਗੀ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਨਾਮ ਨੂੰ ਜਪਦਿਆਂ ਜਪਦਿਆਂ, ਭਾਈ ਗੁਰਦਾਸ ਜੀ ਕਹਿੰਦੇ ਨਾ, ਗਣਕਾ ਪਾਪਣ ਹੋਏਗਾ, ਪਾਪਾਂ ਦਾ ਗਲ ਹਾਰ ਪਰੋਤਾ। ਕਹਿੰਦੇ ਏਡੂ ਵੱਡੇ ਪਾਪ ਕਰਨ ਵਾਲਾ ਕੌਣ ਹੋਏਗਾ। ਪਰ ਜਦੋਂ ਇੱਕ ਸਾਧੂ ਤੋਂ ਤੋਤਾ ਲੈ ਕੇ ਉਹਨੂੰ ਨਾਮ ਜਪਾਇਆ ਤੇ ਰਾਮ ਰਾਮ ਕਰਦਿਆਂ ਉਹਦੇ ਕਹਿੰਦੇ ਗੁਰਮਤਿ ਨਾਮ ਕਲੈਵਰ ਧੋਤਾ, ਕਹਿੰਦੇ ਫਿਰ ਉਹਦੇ ਪਾਪ ਹੀ ਸਾਰੇ ਧੋ ਕੇ ਉਹਦਾ ਹਿਰਦਾ ਹੀ ਸਾਫ਼ ਕਰ ਦਿੱਤਾ ਸੀ। ਇਸ ਕਰਕੇ ਭਾਈ ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ, ਨਾਮ ਜਪਦਿਆਂ ਜਪਦਿਆਂ ਪਰਮਾਤਮਾ ਇਸ ਹਿਰਦੇ ਨੂੰ ਸੁੱਧ ਕਰ ਦਿੰਦੇ, ਵਿਕਾਰਾਂ ਦੀ ਮੈਲ ਵਿੱਚੋਂ ਕੱਢ ਦਿੰਦੇ ਹਨ। ਰਹਾਓ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਜਬ ਕਰ ਮਿਲਿਆ ਤਬ ਮਨ ਵਸਿ ਆਇਆ। ਜਦੋਂ ਭਾਈ ਅਸੀਂ ਵਾਹਿਗੁਰੂ ਦਾ ਨਾਮ ਜਪਿਆ, ਜਪਦਿਆਂ ਜਪਦਿਆਂ ਉਹਦੇ ਵਿੱਚ ਭੇਦਤਾ ਪਾ ਲਈ।
परमात्मा विच भेद हो गए, मिल गए उस नाल। हजूर फरमाउंदे ने कि भाई जब गुर मिलिया, जदों असी गुरमंत्र ले लिया, धारण कर लिया, वाहिगुरु गुरमंत्र है, पंजां प्यारिਆਂ तो धारण किया गुरमंत्र, ते फिर कह दिता ਵੱਖਰੇ तौर पर तुरिया होया सी। अथवा ਜਿਹੜੇ पंज काम क्रोध लोभ हंकार है, ਕਹਿੰਦੇ ਇਹਨਾਂ ਦੇ ਵਿੱਚ ਹੀ ਧੌਂਦਾ ਫਿਰਦਾ ਸੀ, ਇਹ ਆਪਣੇ ਮਗਰ ਹੀ ਲਾਈ ਫਿਰਦੇ ਸਨ। ਧਾਵਤ ਪੰਜ ਰਹੇ, ਕਹਿੰਦੇ ਭਾਈ ਇਹ ਫਿਰ ਰਹਿ ਗਏ, ਇਹ ਸਥਿਰ ਹੋ ਗਏ, ਇਹ ਵਸ ਹੋ ਗਏ। ਤੇ ਫਿਰ ਕੀ ਹੋਇਆ, ਕਹਿੰਦੇ ਹਰ ਧਿਆਇਆ, ਜਦੋਂ ਪ੍ਰਮਾਤਮਾ ਦੇ ਨਾਮ ਨੂੰ, ਹਰੀ ਪ੍ਰਮਾਤਮਾ ਦਾ ਨਾਮ ਜਿਹੜਾ ਸੁੱਕੇ ਮਨਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ, ਹਰ ਜਗ੍ਹਾ ਤੇ ਵਿਆਪਕ ਹੈ, ਉਸ ਪ੍ਰਭੂ ਦੇ ਨਾਮ ਨੂੰ ਧਿਆਇਆ ਤਾਂ ਫਿਰ ਇਹ ਪੰਜਾਂ ਵਿਕਾਰਾਂ ਤੋਂ ਖਹਿੜਾ ਛੁੱਟ ਗਿਆ ਜਿਹੜੇ ਰੋਜ਼ ਹੀ ਸਾਨੂੰ ਸਤਾਉਂਦੇ ਸਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਵਸ ਕਰ ਦਿੱਤੇ। ਫਿਰ ਆਂਦੇ ਨੇ ਨਗਰੀ ਹਰ ਗੁਣ ਗਾਇਆ, ਕਹਿੰਦੇ ਭਾਈ ਇਹ ਦੇਹ ਰੂਪ ਨਗਰੀ ਦੇ ਵਿੱਚ, ਇਹ ਨਗਰੀ ਵਾਹਿਗੁਰੂ ਦੇ ਨਾਮ ਦੀ ਨਗਰੀ ਹੈ। ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਨਾ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਅਸਲ ਵਿੱਚ ਨਗਰੀ ਤੇ ਹੈ ਹਰ ਪ੍ਰਮਾਤਮਾ ਦੀ। ਇਸ ਨਗਰੀ ਦੇ ਵਿੱਚ ਜਦੋਂ ਚੋਰ ਵਸ ਜਾਂਦੇ ਆ ਕੇ, ਤੇ ਸੁਚੇਤ ਫਿਰ ਨਗਰੀ ਦੇ ਜਿਹੜੇ ਵਸਨੀਕ ਸਿਆਣੇ ਆ ਉਹਨਾਂ ਨੂੰ ਸਮਝਦਾਰੀ ਚਾਹੀਦੀ ਹੈ ਨਾ ਵੀ ਸਾਡੀ ਨਗਰੀ ਦੇ ਵਿੱਚ ਚੋਰ ਕਿੱਥੋਂ ਆ ਗਏ। ਇਹ ਨਗਰੀ ਜੋ ਦੇਹ ਰੂਪ ਨਗਰੀ ਹੈ, ਇਹ ਤੇ ਭਾਈ ਪਰਮਾਤਮਾ ਦੇ ਨਿਵਾਸ ਦੀ ਹੈ। ਇਹਦੇ ਵਿੱਚ ਵਿਸ਼ਿਆਂ ਰੂਪ ਚੋਰ ਨਹੀਂ ਵਸਣ ਦੇਣੇ ਚਾਹੀਦੇ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਦੋਂ ਇਸ ਨਗਰੀ ਵਿੱਚ ਆ ਕੇ ਆਂਦੇ ਨਗਰੀ ਹਰ ਗੁਣ ਗਾਇਆ, ਇਸ ਦੇਹ ਰੂਪ ਨਗਰੀ ਦੇ ਵਿੱਚੋਂ ਹਮੇਸ਼ਾ ਹੀ ਜਦੋਂ ਪਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ, ਨਾਮ ਨੂੰ ਧਿਆਉਣਾ ਕੀਤਾ, ਤੇ ਜਿਵੇਂ ਚੌਂਕੀਦਾਰ ਰੱਖੇ ਹੁੰਦੇ ਨੇ ਨਗਰਾਂ ਦੇ ਵਿੱਚ, ਉਹ ਉੱਚੀ ਉੱਚੀ ਬੋਲਦੇ ਭਾਈ ਜਾਗਦੇ ਰਹਿਣਾ। ਤੇ ਫਿਰ ਜਿੰਨੇ ਚੋਰ ਚੱਕੇ ਹੁੰਦੇ ਉਹ ਸਮਝ ਜਾਂਦੇ ਕਿ ਇਸ ਨਗਰੀ ਦੇ ਵਿੱਚ ਨਹੀਂ ਚੋਰੀ ਕੀਤੀ ਜਾ ਸਕਦੀ, ਇੱਥੇ ਤਾਂ ਪਹਿਰੇਦਾਰ ਖੜੇ ਨੇ। ਇਸ ਵਾਸਤੇ ਸਾਡੇ ਮਨ ਨੂੰ ਪਹਿਰੇਦਾਰ ਬਣਾਇਆ ਹੈ ਕਿ ਪ੍ਰਮਾਤਮਾ ਦੇ ਨਾਮ ਨੂੰ ਉੱਚੀ ਉੱਚੀ ਜਪਣਾ ਹੈ ਭਾਈ, ਤਾਂ ਕਿ ਇਹਨਾਂ ਵਿਸ਼ੇ ਵਿਕਾਰਾਂ ਚੋਰਾਂ ਤੋਂ ਇਸ ਨਗਰੀ ਨੂੰ ਮੁਕਤ ਰੱਖਿਆ ਜਾ ਸਕੇ। ਸਾਵਧਾਨਤਾ ਹਮੇਸ਼ਾ ਵਰਤਣੀ ਹੈ। ਇਸ ਵਾਸਤੇ ਆਂਦੇ ਨੇ ਨਗਰੀ, ਦਿਨ ਰਾਤ ਇਸ ਨਗਰੀ ਦੇ ਵਿੱਚ, ਇਸ ਦੇਹ ਦੇ ਵਿੱਚ ਹਰੀ ਪਰਮਾਤਮਾ ਦੇ ਗੁਣਾਂ ਦਾ ਵਾਸ ਹੋਣਾ ਚਾਹੀਦਾ ਹੈ। ਭਾਵੇਂ ਸਤਿਗੁਰੂ ਪਾਤਸ਼ਾਹ ਦੇ ਬੇਅੰਤ ਗੁਣ ਹਨ ਜਿਨ੍ਹਾਂ ਨੂੰ ਅਸੀਂ ਤੁਰੇ ਫਿਰਦੇ ਹਾਂ, ਕੰਮ ਕਰਦੇ ਹਾਂ, ਸਫ਼ਰ ਕਰਦੇ ਹਾਂ, ਸਾਧ ਸੰਗਤ ਜੀ ਆਪਣੀਆਂ ਡਿਊਟੀਆਂ ਕਰਦਿਆਂ ਹੋਇਆਂ ਵੀ ਪਰਮਾਤਮਾ ਦੇ ਨਾਮ ਨੂੰ ਜਪ ਸਕਦੇ ਹਾਂ। ਜੇ ਸਾਡੀ ਇਹ ਅਵਸਥਾ ਬਣ ਜਾਵੇ ਤਾਂ ਫਿਰ ਇਹਨਾਂ ਵਿਕਾਰਾਂ ਰੂਪ ਚੋਰਾਂ ਦਾ ਇਸ ਨਗਰੀ ਦੇ ਵਿੱਚੋਂ ਵਾਸਾ ਖਤਮ ਹੋ ਜਾਵੇਗਾ। ਸਤਿਗੁਰ ਪਗ ਧੂਰ ਜਿਨ੍ਹਾਂ ਮੁਖ ਲਾਈ, ਕਹਿੰਦੇ ਭਾਈ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪਣਾ ਮਾਣ ਹੰਕਾਰ ਛੱਡ ਦਿੱਤਾ, ਜਿਨ੍ਹਾਂ ਨੇ ਆਪਣਾ ਵੱਡਾ ਪੁੰਨ ਛੱਡ ਦਿੱਤਾ, ਸਤਿਗੁਰੂ ਦੇ ਚਰਨਾਂ ਨੇ ਧੂੜ ਆਪਣੇ ਮੁਖ ਤੇ ਲਾਉਣਾ ਕੀਤੀ ਹੈ। ਭਾਵ ਜਿਨ੍ਹਾਂ ਨੇ ਨਿਮਰਤਾ ਧਾਰਨ ਕਰਕੇ ਸਾਧ ਸੰਗਤ ਜੀ ਆਪਣੀ ਵਡਿਆਈ, ਆਪਣੀ ਸੋਭਾ ਦਾ ਮਨ ਵਿੱਚੋਂ ਫੁਰਨਾ ਹੀ ਛੱਡ ਦਿੱਤਾ, ਐਸੇ ਗੁਰੂ ਕੇ ਸਿੱਖ ਹਨ। ਤੇ ਉਹਨਾਂ ਦਾ ਫਿਰ ਭਾਈ ਪ੍ਰਭਾਵ ਕੀ ਪੈਂਦਾ ਹੈ, ਕਹਿੰਦੇ ਤਿੰਨ ਕੂੜ ਤਿਆਗੇ ਹਰ ਲਿਵ ਲਾਈ। ਕਹਿੰਦੇ ਭਾਈ ਇਹ ਝੂਠੀਆਂ ਵਡਿਆਈਆਂ ਸੀ ਨਾ, ਇਸ ਦੁਨੀਆ ਦੀਆਂ ਵਡਿਆਈਆਂ ਨਾ। ਸਾਧ ਸੰਗਤ ਜੀ ਬੱਲੇ ਬੱਲੇ ਤੇਰੀ ਜਿੱਤ ਹੋ ਗਈ, ਤੂੰ ਸਰਪੰਚ ਬਣ ਗਿਆ, ਫੁੱਲਾਂ ਦੇ ਹਾਰ ਪੈ ਜਾਂਦੇ ਨੇ, ਇਹ ਵਡਿਆਈਆਂ ਤਾਂ ਕਹਿੰਦੇ ਭਾਈ ਕੁਝ ਛਿਣ ਮਾਤਰ ਦੀਆਂ। ਅਗਲੀ ਵਾਰ ਜੇ ਕੋਈ ਦੂਜਾ ਸਰਪੰਚ ਬਣ ਜੇ ਫਿਰ ਮੂੰਹ ਢਿੱਲਾ ਜਿਹਾ ਕਰਕੇ ਘਰੇ ਆ ਜਾਂਦੇ ਨੇ, ਮੈਂ ਤੇ ਯਾਰ ਕੀ ਹਾਰ ਗਿਆ। ਨਹੀਂ ਭਾਈ ਇਹ ਨਹੀਂ, ਗੁਰੂ ਕੇ ਸਿੱਖਾਂ ਹੀ ਤਾਂ ਹਮੇਸ਼ਾ ਚੜ੍ਹਦੀ ਕਲਾ ਵਾਲੀ, ਨਾ ਮਿਟਣ ਵਾਲੀ ਵਡਿਆਈ ਹੈ ਜਿਹੜੀ ਦਿਨ ਦਿਨ ਸਵਾਈ ਚੜ੍ਹਦੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਪਰਮਾਤਮਾ ਦਾ ਨਾਮ ਹੈ। ਤਿੰਨ ਕੂੜ ਤਿਆਗੇ, ਉਹਨਾਂ ਨੇ ਝੂਠੀਆਂ ਵਡਿਆਈਆਂ ਤਿਆਗ ਦਿੱਤੀਆਂ, ਛੱਡ ਦਿੱਤੀਆਂ। ਤੇ ਫਿਰ ਕੀ ਹੋਇਆ ਭਾਈ, ਹਰ ਲਿਵ ਲਾਈ। ਪਰਮਾਤਮਾ ਦਾ ਜਿਹੜਾ ਨਾਮ ਹੈ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ, ਉਹਦੇ ਨਾਲ ਆਪਣੀ ਬਿਰਤੀ ਜੋੜ ਲਈ, ਦੁਨੀਆ ਦੀਆਂ ਵਡਿਆਈਆਂ ਛੱਡ ਦਿੱਤੀਆਂ। ਇਹਨਾਂ ਵਡਿਆਈਆਂ ਵਿੱਚੋਂ ਆਪਣੇ ਆਪ ਨੂੰ ਅਲੱਗ ਕਰ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰ ਦਿੱਤੀ ਤੇ ਹਰ ਦਰਗਾਹ ਮੁਖ ਉਜਲ ਭਾਈ। ਕਹਿੰਦੇ ਭਾਈ ਜਿਨ੍ਹਾਂ ਦੀ ਐਸੀ ਬਿਰਤੀ ਬਣ ਗਈ ਨਾ ਪਰਮਾਤਮਾ ਨਾਲ, ਜਿਨ੍ਹਾਂ ਨੇ ਆਪਣੀ ਲਿਵ ਜੋੜ ਲਈ, ਤੇ ਕਹਿੰਦੇ ਉਹਨਾਂ ਦੇ ਜਿਹੜੇ ਦਰਗਾਹ ਦੇ ਵਿੱਚ ਵੀ ਮੁਖ ਉਜਲੇ ਹੁੰਦੇ ਆ
क्योंकि इत्थे उन्होंने नाम जपिया, धर्म की कमाई की, जो धर्म दीयां कदरां कीमतां नूं समझिया ते अपनाया। साध संगत जी जो फिर वो दरगाह विच भी जाते ना, फिर रे 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 दरगाह कहा न कहो, आओ बैठ आदर सब दो शुभ देओ। फिर इहो जी अवस्था बन जाती, उन्होंने लोक सुखीए परलोक सहेले बन जाते हैं। उन्होंने जमा की मार नहीं खानी पैंदी। गुर सेवा आप हर भाव है। सतगुरु ने आरंभता इत्थों की सी ना, सतगुरु सच्चे पातशाह जी ने, सतगुर सेवा सफल है बनी। तो हुण सतगुरु जी इत्थे प्रमाण दे के आप कृपा कर रहे ने। गुर सेवा आप हर भाव है, कहते जुगां तो लैके सतगुरु नूं जिहड़ी सेवा है वो हमेशा भाउंदी है। साथ सेवा कीती सफल है, जित सतगुर का मन मन्ने जां सतगुर का मन मन्निया तां पाप संमल भन्ने। वड्डे वड्डे पाप कहंदे जन्मां जन्मांतरां दे पाप भन्न दिंदा सतगुरु सच्चे पातशाह जी, जिहड़े गुरु के सिख सेवा करते हैं, बर्तनां की सेवा करते हैं, झाड़ू की सेवा करते हैं, सिमरन की सेवा करते हैं, अमृत छकाउण की सेवा करते हैं, छकन की सेवा करते हैं, बेअंत तरह की सेवा है। इत्थे सतगुरु सच्चे पातशाह जी एक प्रमाण दिंदे ने कि सेवा किने किने कीती। मैं एक बेनती करा कि जिहड़ी गुरबाणी है ना, ये सूत्रधार है। सूत्रधार की हुंदा भाई? सतगुरु पातशाह जी ने इत्थे दुनियावी साखियां नहीं सुनाउणियां, पर उन्हां दा प्रमाण देना है। जिवें सतगुरु ने बाणी विच फरमाया ना, सहंसर दान दे इंदुर आया, परशुराम रोवा कर आया, अजस रोव्या भीखिया खाए, ऐसी दरगाह मिला सजाए। सब दे नां तां लै दित्ते, पर उन्हां नूं किवें सज़ा मिली, किवें उन्हां दा हाल होया, साध संगत जी ये गुरबाणी विचों नहीं। ये फिर कित्थों मिलदा है? ये दसम पातशाह जी ने कृपा की। दसम ग्रंथ दे विच महाराज सच्चे पातशाह जी ने ये गुरबाणी का सारा इतिहास लिखिया। सतगुरु ने ऐसी कृपा की है कि गुरसिखां नूं होर कितों ना लभना पवे। सतगुरु जी इत्थे अगे फरमाउंदे हन कि सेवा किन्हां नूं भाई, किन्हां दी भाई, किन्हां तो करवाई। सतगुरु जी फरमाउंदे ने, कृष्ण बलभद्र गुर पग लग ध्यावै। कृष्ण भगवान अवतार होए 16 कला संपूर्ण। कहंदे जदों उन्होंने वशिष्ठ मुनि नूं गुरु धारण किया ना, तो आप उहदी सेवा विच हाज़र होए। जदों उहदे कोले गए, उहदी झोंपड़ी दे सामने गए, तां ओह ऐन अपनी लिव दे विच वाहिगुरू दा परमात्मा दा नाम जप रहे सी। ते कृष्ण जी हथ जोड़ के बाहर खड़े रहे। जदों उन्हां दी लिव खुली वेख्या कि कृष्ण भगवान बाहर खड़े आ, उन्हां नूं पुछया कि आप जी तो भगवान हो, मौके दे रब हो, दुनिया तुहानूं मनदी है, तुसीं मेरी झोंपड़ी दे मूहरे हथ जोड़ के क्यों खड़े हो? कह लेंदे जी मैं आप जी कोलों गुण प्राप्त करन आया, इस करके मैं आप दी सेवा विच खड़ा हाँ। साध संगत जी सेवा विच खड़े रहे। ते फिर साध संगत जी विशिष्ट प्राण जो सी वो 64 दिनां दे विच विशिष्ट मुनि जी ने सुनाया सी। रोज़ खड़े होकर सुनते, जिन्ना चिर सुनाउंदे रहिंदे। ऐसी सेवा कीती सी। सो महाराज सच्चे पातशाह जी गुरबाणी विच होर भी प्रमाण दिते ने। काशी कृष्ण चरावत गाओ, कहंदे काशी दे विच जिथे रहिंदा सी ना, सो विशिष्ट मुनि जी उत्थे जाके उहदियां गाइयां भी चराउंदे रहे। सो इस वास्ते इसे तरह रामचंद्र जी जदों संदीपन दे पास गए ना, जिन्हां ने शास्त्र गुरु धारण किया इस समीपन नूं, साध संगत जी उहदी सेवा च लगे रहे। बण विचों जाके लकड़ियां लिया के उहदे लंगर विच पाउंदे। कौन सी महाराज सच्चे पातशाह जी? कृष्ण बलभद्र। बलभद्र साध संगत जी नूं बलराम भी कहंदे ने। ये कृष्ण भगवान दा भरा सी। ये दोवें कहंदे जाके आप गुरु धारण करके जिथे विशिष्ट की सेवा करते रहे, उत्थे रामचंद्र जी सो समीपन की सेवा करता रहा। वो कहंदे इहो जी सेवा पा के भी उन्होंने गुण ग्रहण किए, निमरता धारण की। साध संगत जी साढ़े च एक गुण होवे। मौके दे राजे भी सन, कृष्ण भगवान भी ते रामचंद्र जी भी, पर असी छोटी जी कोई पदवी पा के हंकार विच आ जाने कि असीं गुरु घर दे भांडे क्यों मांजीए, बर्तन क्यों साफ करिए, लंगर क्यों वरताइए। नहीं, ये सतगुरु पातशाह जी ने सिक्ख्या दिती है। दसम पातशाह जी ने जिथे अवतारां दी कथा लिखी है ना दसम ग्रंथ दे विच,
ਉੱਥੇ ਵਿਸ਼ਿਸ਼ਟ ਪ੍ਰਾਣ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਖੀ ਅੰਕਿਤ ਕੀਤੀ। ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਵਿਸਥਾਰ ਦੇ ਨਾਲ ਲਿਖਿਆ ਹੈ ਕਿ ਕਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਤੇ ਰਾਮਚੰਦਰ ਜੀ ਗੁਰੂ ਧਾਰਨ ਕਰਕੇ ਗੁਣ ਗ੍ਰਹਿਣ ਕਰਨ ਕਰਕੇ ਕਿਵੇਂ ਨਿਮਰਤਾ ਦੇ ਨਾਲ ਸੇਵਾ ਕਰਦੇ ਰਹੇ। ਰਹੋ ਵਿਚਾਰ ਸਤਿਗੁਰੂ ਜੀ ਫਰਮਾਉਂਦੇ ਨੇ, ਕ੍ਰਿਸ਼ਨ ਬਲ ਭੱਦਰ ਗੁਰ ਪਗ ਲਗ ਧਿਆਵੈ, ਜਿਹਨੂੰ ਗੁਰੂ ਧਾਰਨ ਕੀਤਾ ਨਾ ਉਹਨਾਂ ਦੇ ਚਰਨਾਂ ਦੀ ਸੇਵਾ ਉਹਨਾਂ ਦੇ ਚਰਨੀ ਲੱਗ ਕੇ ਕਰਦੇ ਰਹੇ। ਹੰਕਾਰ ਨਾਲ ਨਹੀਂ ਕਿ ਅਸੀਂ ਮੌਕੇ ਦੇ ਅਵਤਾਰ ਹਾਂ, ਸਾਨੂੰ ਤੁਸੀਂ ਕੋਈ ਇਸ ਤਰ੍ਹਾਂ ਦੀ ਸੇਵਾ ਨਹੀਂ ਦੱਸਣੀ, ਸਿਰਫ ਗੁਣ ਦੇਣੇ ਆ। ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ, ਦੁਨੀਆ ਦੇ ਵਿੱਚ ਜੇ ਕੋਈ ਪੂਰਨ ਅਵਤਾਰ ਆਇਆ ਨਾ, ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ, ਜਿਨ੍ਹਾਂ ਨੇ ਗੁਰਬਾਣੀ ਨੂੰ ਗੁਰੂ ਧਾਰਨ ਕੀਤਾ। ਸੱਚਖੰਡ ਦੇ ਵਿੱਚੋਂ ਹੀ ਸਾਨੂੰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਬਾਣੀ ਲਿਆ ਕੇ ਦਿੱਤੀ ਮਹਾਰਾਜ ਨੇ। ਸੋ ਇਹ ਉਸ ਬਾਣੀ ਨਾਲ ਹੀ ਸਾਨੂੰ ਮਹਾਰਾਜ ਨੇ ਜੋੜ ਕੇ ਸਾਨੂੰ ਵੀ ਕਹਿ ਦਿੱਤਾ ਕਿ ਤੁਹਾਡਾ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਹੈ, ਗੁਰਬਾਣੀ ਹੈ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਉਸ ਪ੍ਰਤੱਖ ਗੁਰੂ ਨਾਲ ਆਪਾਂ ਨੂੰ ਵੀ ਜੋੜਿਆ ਮਹਾਰਾਜ ਨੇ, ਜਿਹਦੇ ਨਾਲ ਆਪ ਸਤਿਗੁਰੂ ਪਾਤਸ਼ਾਹ ਜੀ ਨੇ ਲਿਵ ਜੋੜੀ। ਉਹ ਸ਼ਬਦ ਦੇ ਨਾਲ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦਾ ਜਗ ਬੌਰਾਨੰ, ਜਗ ਬੌਰਾ ਕਮਲਾ ਕਹਿੰਦੇ ਸ਼ਬਦ ਤੋਂ ਬਿਨਾ। ਇਸ ਵਾਸਤੇ ਸ਼ਬਦਾ ਅਵਤਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਿਲਵੋ ਚਾਹੇ ਖੋਜ ਸ਼ਬਦ ਮੈਲੇ, ਕਹਿੰਦੇ ਉਹਨੂੰ ਆਸੇ ਪਾਸੇ ਕਬਰਾਂ ਤੇ ਮਟੀਆਂ ਦੇ ਜਾਣ ਦੀ ਲੋੜ ਨਹੀਂ, ਉਹ ਤੇ ਗੁਰੂ ਕੇ ਸ਼ਬਦ ਨੂੰ ਖੋਜੇ, ਗੁਰੂ ਕੇ ਸ਼ਬਦ ਦਾ ਅਭਿਆਸ ਕਰੇ, ਬਾਣੀ ਪੜ੍ਹੇ ਤੇ ਉਹਦੇ ਵਿੱਚੋਂ ਪ੍ਰਾਪਤੀ ਹੋ ਜਾਵੇਗੀ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਿਸ ਤਰ੍ਹਾਂ ਕ੍ਰਿਸ਼ਨ ਅਵਤਾਰ ਹੋਏ ਤੇ ਉਹਨਾਂ ਨੇ ਵੀ ਗੁਰੂ ਧਾਰਨ ਵੇਲੇ ਉਹਨਾਂ ਦੇ ਪਗ ਲਗ ਧਿਆਵੈ, ਆਪਣੇ ਗੁਰੂ ਦੇ ਚਰਨਾਂ ਨਾਲ ਲੱਗ ਕੇ ਬੜੀ ਸ਼ਰਧਾ ਦੇ ਨਾਲ ਸੇਵਾ ਕਰਨੀ ਕੀਤੀ ਸੀ। ਤੇ ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦੀ ਕੁੰਜੀ ਕਿਉਂ ਕਿਹਾ ਗਿਆ ਹੈ? ਕਈ ਵਾਰ ਅਸੀਂ ਸ਼ਬਦ ਪੜ੍ਹਦੇ ਹਾਂ ਜਦੋਂ ਯਾਦ ਕਰਦੇ ਹਾਂ ਤਾਂ ਰਾਗੀ ਸਿੰਘ ਕਈ ਵਾਰ ਪ੍ਰਮਾਣ ਦਿੰਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ ਗੁਰਸਿੱਖ ਦੀ ਕਰਨੀ, ਕਿਹੋ ਜਿਹਾ ਗੁਰਸਿੱਖ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਦੀ ਬਾਣੀ ਦਾ ਇਸ ਤਰ੍ਹਾਂ ਨਿਚੋੜ ਕੱਢ ਕੇ ਦਿੰਦੇ ਨੇ। ਸੋ ਬਲਿਹਾਰੀ ਤਿੰਨਾਂ ਗੁਰਸਿੱਖਾਂ ਕਹਿੰਦੇ ਨੇ, ਜਾਏ ਜਿਨ੍ਹਾਂ ਗੁਰ ਦਰਸ਼ਨ ਡਿੱਠਾ। ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜੇ ਰੋਜ਼ ਝੱਖੜ ਝਾਗੀ ਮੂੰਹ ਵਰਸਾ ਭੀ ਗੁਰ ਦੇਖਣ ਜਾਈ। ਭਾਈ ਸਾਹਿਬ ਜੀ ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ, ਗੁਰਸਿੱਖੋ ਬਲਿਹਾਰੀ ਆ ਉਹਨਾਂ ਗੁਰਸਿੱਖਾਂ ਤੋਂ। ਜਾਏ ਜਿਨ੍ਹਾਂ ਗੁਰ ਦਰਸ਼ਨ ਡਿੱਠਾ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਨੂੰ ਦੇਖਣਾ ਕੀਤਾ ਹੈ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ, ਸੰਗਤ ਦੇ ਪੈਰੀ ਪੈ ਕੇ, ਸ਼ਬਦ ਦੇ ਪੈਰੀ ਪੈ ਕੇ ਸਾਧ ਸੰਗਤ ਵਿੱਚ ਜਾਏ ਬੈਠਾ। ਕਹਿੰਦੇ ਫਿਰ ਸਤ ਸੰਗਤ ਦੇ ਵਿੱਚ ਜਾ ਕੇ ਇਹ ਨਹੀਂ ਵੀ ਮੂਹਰੇ ਜਾ ਕੇ ਬਹਿਣਾ, ਪਿੱਛੇ ਵੀ ਜਾ ਕੇ ਬਹਿ ਜਾਣਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤਿ ਬੋਲਦੇ ਮਿੱਠਾ। ਕਹਿੰਦੇ ਫਿਰ ਗੁਰਮਤਿ ਦੇ ਬਚਨ ਬੋਲਦੇ ਆ ਮਿੱਠੇ ਮਿੱਠੇ। ਆਓ ਭਾਈ ਗੁਰੂ ਕੇ ਸਿੱਖੋ, ਬਾਣੀ ਪੜ੍ਹਿਆ ਕਰੋ, ਸੇਵਾ ਕਰਿਆ ਕਰੋ, ਨਾਮ ਜਪਿਆ ਕਰੋ। ਮਿੱਠੇ ਬੋਲਦੇ ਨੇ। ਤੇ ਕਈ ਸਾਧ ਸੰਗਤ ਜੀ ਗੁਰਮਤਿ ਦੇ ਧਾਰਨੀ ਹੋ ਕੇ ਆਪਣੇ ਆਪ ਨੂੰ ਪ੍ਰਚਾਰਕ ਮੰਨ ਕੇ, ਸੰਤ ਮੰਨ ਕੇ, ਆਪਣੇ ਆਪ ਨੂੰ ਜਥੇਦਾਰ ਮੰਨ ਕੇ ਮੂੰਹ ਦੇ ਵਿੱਚੋਂ ਫਿੱਕੀਆਂ ਗੱਲਾਂ ਕਰਦੇ, ਗਾਲਾਂ ਤੱਕ ਕੱਢ ਦਿੰਦੇ ਨੇ। ਨਹੀਂ, ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰੇ ਭਾਈ ਗੁਰਦਾਸ ਜੀ ਕਹਿੰਦੇ ਨੇ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤਿ ਬੋਲਦੇ ਮਿੱਠਾ। ਕਹਿੰਦੇ ਗੁਰਮਤਿ ਨੂੰ ਸਮਝਾਉਣ ਵਾਸਤੇ ਮਿੱਠੇ ਬੋਲਦੇ ਨੇ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ, ਕਹਿੰਦੇ ਪੁੱਤਰ ਨੂੰ ਤੇ ਮਿੱਤਰ ਨੂੰ ਕਹਿੰਦੇ ਬਰਾਬਰ ਦਾ ਕਰਕੇ ਉਹਨਾਂ ਨੇ ਪੁੱਤਰ ਮਿੱਤਰ ਕਹਿੰਦੇ ਅਵਰਣਨ ਡਿੱਠਾ। ਕਹਿੰਦੇ ਫਿਰ ਉਹਨਾਂ ਨੂੰ ਬਰਾਬਰ ਕਰਕੇ ਨਾ ਸਮਝਿਆ ਕਿ ਆ ਮੇਰਾ ਪੁੱਤਰ। ਇਹ ਨਹੀਂ ਕਿ ਇਹਨੂੰ ਵਿਸ਼ੇਸ਼ਤਾ ਹੀ ਦੇਣੀ ਹੈ। ਪ੍ਰਤੱਖ ਵੀ ਦੇਖੋ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਤੇ ਆਪਣੇ ਪੁੱਤਰਾਂ ਨੂੰ ਸੰਗਤਾਂ ਦੇ ਵਿੱਚ ਬਰਾਬਰ ਦਾ ਦਰਜਾ ਦਿੱਤਾ ਹੈ। ਇਹ ਕੇਵਲ ਗੁਰਮਤਿ ਦੇ ਵਿੱਚ ਸਾਧ ਸੰਗਤ ਜੀ ਆਪਾਂ ਵੇਖਾਂਗੇ, ਹੋਰ ਕਿਧਰੇ ਆਪਾਂ ਨੂੰ ਇਹੋ ਜਿਹੀ ਸਮਾਨਤਾ ਪ੍ਰਾਪਤ ਨਹੀਂ ਹੋਵੇਗੀ, ਮਿਲੇਗੀ ਨਹੀਂ। ਕੇਵਲ ਗੁਰੂ ਕੀ ਸਿੱਖੀ ਧਾਰਨ ਕੀਤਿਆਂ ਕਿ ਆਓ ਜਿਹੜੇ ਗੁਰੂ ਕੇ ਸਿੱਖ ਕੀਰਤਨ ਕਰਦੇ ਨੇ। ਆਪਾਂ ਕਦੇ ਸੋਚਿਆ
ਵੀ ਉਹ किस जात विचों ने, किस बरादरी विचों है। नहीं, असीं ये जानते भी ये गुरु के रागी आ, गुरु के रागी सिंह है, गुरु के वजीर है, जां गुरु की सिख संगत है, ये गुरु के लांगरी हैं, गुरु के सेवादार है। आपां यही भाषा बोलते हैं ना, तो सांझे रूप में असीं गुरु का खालसा है। तो जो खालसा इकत्तर हुंदा है फिर ये आपां सारे जो बोलते हैं तो बोलते हैं वाहिगुरू जी का खालसा वाहिगुरू जी की फतेह। ये खालसा भी वाहिगुरू दा ते फतेह भी उस वाहिगुरू दी है। इस वास्ते साध संगत जी सतगुरु पातशाही दे प्यारे भाई गुरदास जी फरमाउंदे हन कि असीं उन्हां तो बलिहारी जांदे, बलिहारी तिन्हां गुरसिखां आप तरे तारन सारिठा। कहंदे आप तो तरे ही ने ते सारी सृष्टि नूं तारन वास्ते समर्थ हो जाते ने जिहड़े प्रभु दा आप नाम जपदे ने। साध संगत जी उन्हां दे विच ऐसी शक्ति सतगुरु जी पैदा कर दिंदे ने कि उन्हां दे मन दे विच कशिश पैदा हो जाती है कि असीं कदों उन्हां गुरसिखां दे दर्शन करिए, उन्हां महापुरखां दे दर्शन करिए जिहड़े सतगुरु दी बाणी पढ़ाउंदे ने, कथा करदे ने, विचार करदे ने ते सानूं गुरु ग्रंथ साहिब दे नाल जोड़दे ने। सानूं आप दे नाल नहीं जोड़दे, सानूं यही सिक्ख्या दिंदे ने कि गुरु के सिखो। आपां सारे गुरु के सिख हाँ, पर सिख कदों है जदों असीं गुरु के सिख बन गए। जिहड़े असीं बाई बर्थ सिख है ना, साडे माता पिता सिख सी, उन्हां दे घरे असीं जन्म लै लिया ते असीं भी सिख बन गए। महाराज कहंदे ये तां असीं अपने माता पिता दे पुत्तर होण करके सिख हाँ, पर इन्ने नाल असीं गुरु के सिख नहीं बने, हले बाकी है भाई। सतगुरु धन गुरु रामदास महाराज सच्चे पातशाह जी ने फिर दसिया सानू कि गुरु के सिख किवें बनना। गुर सतगुर का जो सिख खाए, कहंदे जिहड़ा चाहुंदा ना मैं गुरु का सिख बन जावां ते फिर भाई उहदे वास्ते निजम है, उस वास्ते कोई जात का दर्जा नहीं, उहदे वास्ते तो एक निजम है। गुर सतगुर का जो सिख खाए सो भलके उठ हर नाम ध्यावै। कहंदे वो गुरु का सिख है। उदम करे भलके प्रभाती, इशनान करे अमृतसर नहावै। ते जे भाई इसे सो साध संगत कड़ी नूं अगे तोरदियां होया कलगीधर महाराज सच्चे पातशाह जी ने होर किरपा कर दित्ती। क्या कि जिन्हें भाई गुरु का खालसा बनना है उहदे वास्ते निजम बना दिते कि ये मेरा खालसा है ते खालसे नूं इन्हां निजमां दे विच प्रवृत्त होना पवेगा। ये निजम धारण करने पैणगे। खालसा मेरो रूप है खास, खालसे हो मैं करूँ निवास। खालसा मेरा सज्जन सूरा, खालसा मेरा सतगुर पूरा। खालसा मेरी जान की जान, खालसा मेरो पिंड प्राण। जब लग खालसा रहे न्यारा, तब लग तेज देऊ मैं सारा। जावेगा है विपरण की रीत, मैं ना करूँ इनकी प्रतीत। महाराज ने कहा भरम भेखते रहे न्यारा, सो खालसा सतगुरु हमारा। भरमां तो भेखां तो पासे रहे गुरु का खालसा, इन्हां दे विच ना पै जावे। कहंदे ओ मेरा खालसा, जाके हिरदे भरम ना होई, खालसा खास कहावै सोई। कहंदे ओ गुरु का खालसा कहा सकदा है जिहदे हिरदे विच किसी किस्म का भरम ना होवे, ओ निरभै होवे, ओ निर्वैर होवे, किसी तो डरे ना, किसी नूं डरावे ना। गुरु की आस बाणी दे आशे दे मुताबक आप चले ते संगतां नूं इस पासे तोरे। साध संगत जी कदे असीं विचार कीता है? ਸਾਨੂੰ ਇੱਕ ਵਿਚਾਰ ਕਰਨੀ ਚਾਹੀਦੀ ਸਮੁੱਚੇ ਖਾਲਸਾ ਪੰਥ। ਭਾਵੇਂ ਅਸੀਂ ਦੇਸ਼ ਵਿੱਚ ਵਸਦੇ ਹਾਂ, ਵਿਦੇਸ਼ਾਂ ਵਿੱਚ ਵਸਦੇ ਹਾਂ, ਟੋਟਲ ਤਾਂ ਅਸੀਂ ਬਹੁਤ ਦੁਨੀਆ ਦੀ ਜਦੋਂ ਪਬਲਿਕ ਦੇ ਅਨੁਸਾਰ ਅਸੀਂ ਗਿਣਤੀ ਕਰਦੇ ਹਾਂ ਨਾ, ਫਿਰ ਸਾਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਕੌਮ ਨਹੀਂ। ਗੁਣਾਂ ਦੇ ਵਿੱਚ ਮਹਾਰਾਜ ਨੇ ਬਹੁਤ ਵੱਡੀ ਬਣਾਈ ਹੈ, ਬਹੁਤ ਵੱਡੇ ਸਾਡੇ ਵਿੱਚ ਮਹਾਰਾਜ ਨੇ ਗੁਣ ਭਰੇ ਨੇ। ਮਹਾਰਾਜ ਨੇ ਬਹੁਤ ਵੱਡੇ ਸਾਨੂੰ ਤੀਰਥ ਦਿੱਤੇ ਨੇ। श्री हरमंदर साहब दुनिया दे विच इक्को एक है, डिठे सभे थाव नहीं तुद जिहिया, बद्धो पुरख वधाते तां तू सोहिया। इहो जे स्थान साडे कोल ने। श्री अकाल तख्त साहब साध संगत दुनिया दे तख्त ने, आपो अपने देशां दे तख्त ने, पर किते रब दा तख्त हैगा वो केवल सिखां कोल है, अकाल तख्त। साध संगत जी अकाल तख्त ते छेवें पातशाह जी दी ऐसी मेहर वरत रही है कि गुरसिख जिथे भी बैठे है वो अकाल तख्त के हुक्म दे मनण नूं पाबंद ने।
कि असी अकाल तख्त नाल जुड़े रहिए। ये सिखां कोल ने गुण साध संगत, इहो जिहा महाराज ने सिस्टम बनाया है, दुनिया में किसी कौम कोल इहो जिहा सिस्टम नहीं है। साध संगत जी, साडा एक गुरु, साडियां एक नितनेम दीयां बाणियां, इक्को ही अमृत, जिहड़ा 5 बाणियां संपूर्ण पढ़ के तैयार होवे वही अमृत। साडे विच बड़ी वड्डी एकता दी महाराज सच्चे पातशाह जी ने बरकत पाई हुई है। पर असी कदे इस गल नूं विचारना चाहिए कि साडी कौम इन्नियां एकतावां दे गुण होण दे बावजूद भी असी थावां थावां ते वखरे वखरे आ, बिना कारण तो लड़ी भिड़ी जाने आ। छोटियां छोटियां गल्लां दे उपर असी बखेड़ा खड़ा कर लैंदे आ, इत्थों तक कि जे मेरी गल ना बनी तो मैं इत्थे मोर्चा ला देंगा, मेरी गल ना मनी मैं अदालत का फैसला लवांगा, मैं कानून ही बदल देंगा। साध संगत ये कोई गल्लां ने की कोई लगता है? भाई गुरदास जी फरमाउंदे ने कलयुग बोध अबोध है, बोध बोध नदरी आवे। कहंदे ये कलयुग का ऐसा एक समा आ गया, इत्थे सियाणप भरे मनुख नज़र ही नहीं आउंदे। कोई ना किसे वर जाई, जो चाहे सोई मन भावा। कहंदे जो किसी नूं चंगा लगता है ना उही करी जांदा, वर्जन वाला कोई है ही नहीं, रोकण वाला कोई है नहीं। साध संगत जी, कदे गुरु के सिख सन जदों वर्ज दिंदे सन, नहीं गुरसिखा ये नहीं करना। असी संत बाबा करतार सिंह खालसा जी कोलों पढ़े हाँ, संगतां दे विचों भी साध संगत जे कोई अवग्या करता, किसी नूं संगत दे विच पैरां नूं हत्थ ला दिंदा, ਐਨ ਵਰਜ ਦਿੰਦੇ ਸੀ, ਘੂਰ ਦਿੰਦੇ ਸੀ, नहीं गुरु के सिखो, धन गुरु ग्रंथ साहब गुरु है, नहीं पैरी हथ लाने। अज कोई वर्जन वाला ही नहीं रहा, अज कोई समझाउण वाला ही नहीं रहा कि सानू कोई समझा देवे कि किहड़ियां गल्लां जिन्हां तो असीं एक दूसरे नाल कमाना खिੱਚੀ फिरदे आ, मोर्चे बनाई बैठे आ कि तू कौन आ, मैं तेरे तो वड्डा, मैं सियाणा। नहीं भाई, सानू तां सियाणपां दा घर दिता है गुरु सच्चे पातशाह जी ने, ते सानू निजी तौर पर कह दिता सहस सियाणपन लख होए तो एक ना चले नाल तेरी सियाणप कोई बहुती है। इस वास्ते सतगुरु जी ने सानू बड़े बड़े गुण दिते ने, ते सानू सहज अवस्था में आके विचार करनी चाहिए है। सियाणवाना की अज भी कोई कमी नहीं, पर इस गल ते बैठे भी मैं की लैना, मेरी किहड़ा किस ने मननी है। नहीं भाई, उद्यम करना चाहिए। असी गुरु खालसे की फौज के अंग हाँ, असी खालसा पंथ के पहरेदार हैं, सानू आवाज़ जरूर देनी चाहिए है, जागते रहो, कोई तो सुनेगा। इस वास्ते भाई वड्डियां वड्डियां यूनीवर्सिटियां दे विच वड्डे वड्डे प्रिंसीपल साध संगत प्रोफैसर बैठे ने, वड्डे वड्डे संत महापुरख बैठे ने, वड्डे वड्डे साध संगत जी भगती करने वाले गुरु के सिख बैठे ने, पर कोई तो आवाज़ा देवे भी नहीं गुरु के सिखो आप एक हाँ। अपनी जो होंद है दुनिया दे विच तां ही बरकरार रहेगी, तां ही प्रफुल्लित होवेगी जदों असीं आपसी एकता का सबूत देवांगे। सतगुरु जरूर रहमत करनगे, सानू जरूर उपराला करना चाहिए, यतन करना चाहिए। मैं बेनती तां कीती है, गुरबाणी के प्रसारण ते ही असीं रौला पा के बैठे हैं, जिहड़ा कि अज दी दुनिया में बड़ा सौखा है, बहुत सौखा है कि असीं श्रोमणी गुरुद्वारा प्रबंधक कमेटी अपना चैनल चलावे ते उहदे तो सब नूं लिंक प्रोवाइड कर देवे। लो भाई, जिथे भी तुसीं बैठे हो उत्थे ही गुरु की बाणी सुनो, कीर्तन सुनो, कथा सुनो, आनंद लो। सर्व सांझी गुरबाणी है ना, इस वास्ते भाई ये प्रबंध श्रोमणी गुरुद्वारा प्रबंधक कमेटी नूं तुरंत कर लेना चाहिए, ताकि पंजाब सरकार भी कोई नवे कानून बनाउण दी ताड़ विच ना बैठी रहे, वो भी एक गलत प्रक्रिया होवेगी। सानू इस पासे उद्यम करके दोवां ही धिरां नूं साध संगत जी इस पासों वर्ज देना चाहिए, समझा लेना चाहिए कि ये साडा धर्म है। केवल चंद बंदे नहीं कि जिहड़ा साडी स्टेट का मुख मंत्री सिख बन गया वो ही बहुता जिम्मेवार है, जां श्रोमणी कमेटी का प्रधान ही बहुता जिम्मेवार है। नहीं भाई, होर भी गुरसिख सियाणे बैठे हैं, सारे ही आपां एक मर्यादा दे विच रह के उन्हां दा मान सत्कार रख के भी आपां साध संगत जी गुरु की सेवा कर सकते हैं, सानूं करनी चाहिए है। सतगुरु जी रहमत करन। सतगुरु जी अगे फरमाउंदे ने कि भाई वड्डियां वड्डियां ने गुरु धारण करन वेले गुरु के चरणों की सेवा की, सानू भी धन गुरु ग्रंथ साहब का सिमरन ते सेवा करनी चाहिए है। नानक गुरमुख हर आप तरावै। फिर सतगुरु सच्चे पातशाह जी कहते हैं कि भाई उन्हां गुरसिखां नूं सतगुरु सच्चे पातशाह जी आप तार लैणगे, उन्हां दे औगण नहीं चितारनगे।
ਜਦੋਂ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਵਿੱਚ ਕੋਈ ਗੁਣ ਨਹੀਂ, ਆਪੇ ਤਰਸ ਕਰਕੇ ਸਾਨੂੰ ਤਾਰ ਲਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਰਹਿਮਤ ਕਰ ਦੇਣਗੇ, ਕਿਰਪਾ ਕਰ ਦੇਣਗੇ। ਇਹ ਉਪਦੇਸ਼ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਸਾਡੇ ਹਿਰਦੇ ਵਿੱਚ ਵਸੇ। ਸਾਡੀਆਂ ਝੋਲੀਆਂ ਵਿੱਚ ਵੀ ਮਹਾਰਾਜ ਸਾਡੇ ਹਿਰਦੇ ਰੂਪ ਝੋਲੀਆਂ ਵਿੱਚ ਸਿੱਖੀ ਦੀ ਦਾਤ ਪਾ ਦੇਣ, ਨਾਮ ਦੀ ਦਾਤ, ਸੇਵਾ ਤੇ ਸਿਮਰਨ ਦੀ ਦਾਤ ਨਾਲ ਝੋਲੀਆਂ ਭਰ ਦੇਣ। ਇਹੀ ਅਰਦਾਸ ਬੇਨਤੀ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਇੰਨੀ ਬੇਨਤੀ ਪ੍ਰਵਾਨ ਕਰਨੀ। ਸਭ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਇਸ ਸਥਾਨ ਦੀ ਕਥਾ ਦੀ ਸੇਵਾ ਦਾ ਵੀ ਵੰਡ ਕਰਦਿਆਂ ਹੋਇਆਂ ਦਾਸ ਨੂੰ ਵੀ ਸਮਾਂ ਦਿੱਤਾ ਕਿ ਸੰਗਤਾਂ ਦੇ ਦਰਸ਼ਨ ਕਰ ਸਕਾਂ। ਸਭ ਪ੍ਰਬੰਧਕਾਂ ਦਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਦਾ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ, ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਭਾਈ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ ਜੀ। ਕ੍ਰਿਸ਼ਨ ਬਲਭਦਰ ਗੁਰ ਪਗ ਲਗ ਧਿਆਵਾ, ਨਾਨਕ ਗੁਰਮੁਖ ਹਰ ਆਪ ਤਰਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।